दास तेरे की बेनती रित कर परगाम। तुमरी कृपा ते पार ब्रह्म, तुमरी कृपा ते पार ब्रह्म दोखन को नाश। दास तेरे की बेनती रित कर परगास। दास तेरे की बेनती रित कर परगास। रित कर पर रित कर परगास। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜੇ ਤੋ ਪਿਰੀਆਂ ਦੀ ਸਿੱਕ ਹਿਆਏ ਨਾ ਠਾਹੇ ਕਹੀਂ ਦਾ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਚਵਰ ਛਤਰ ਤਖਤ ਦੇ ਮਾਲਕ। ਦਸਾਂ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ। ਆਪ ਜਿਤਨੇ ਵੀ ਕਦਮ ਚੱਲ ਕੇ ਗੁਰੂ ਦਰ ਆਏ ਹੋ ਜੀਓ ਆਇਆ। ਆਓ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਅਤੇ ਸੁਰਤੀ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਸੀਸ ਨਿਵਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਉਚਾਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਾਮਾਂ ਦੇ ਦੀਵਾਨ ਤੋਂ ਬਾਬਾ ਜੀ ਦੇ ਹਜ਼ੂਰੀ ਰਾਗੀ ਸਿੰਘ ਗੁਰੂ ਸਾਹਿਬ ਜੀ ਦੇ ਸਨਮੁਖ ਬੇਨਤੀ ਕਰ ਰਹੇ ਸਨ ਕਿ ਗਰੀਬ ਨਵਾਜ਼, ਤੁਹਾਡਿਆਂ ਦਰਸ਼ਨਾਂ ਨੂੰ ਇਹ ਮੇਰਾ ਮਨ ਮੇਰੇ ਨੈਣ ਤਰਸ ਰਹੇ ਹਨ ਤੇ ਕਿਰਪਾ ਕਰੋ ਆਪਣਾ ਦਰਸ਼ਨ ਦੇਵੋ ਤੇ ਮੇਰੇ ਇਸ ਮਨ ਦੀ ਤ੍ਰਿਪਤੀ ਕਰੋ, ਇਹਦੀ ਪਿਆਸ, ਇਹਦੀ ਭਟਕਣਾ ਦੂਰ ਕਰੋ। ਤੇ ਸ਼ਾਮਾਂ ਦੇ ਦੀਵਾਨ ਵਿੱਚ ਧਾਰਨਾ ਸੀ ਕਿ ਉਹ ਮੇਰਾ ਜਿਹੜਾ ਪਤੀ ਪਰਮੇਸ਼ਵਰ ਹੈ ਨਾ, ਉਹ ਪ੍ਰਦੇਸ਼ ਨੂੰ ਚਲੇ ਗਿਆ ਹੈ। ਇਹ ਜੀਵ ਰੂਪ ਇਸਤਰੀ ਦੀ ਅਰਦਾਸ ਹੈ ਕਿ ਮੇਰਾ ਪਤੀ ਰੂਪ ਪਰਮਾਤਮਾ ਪ੍ਰਦੇਸ਼ ਚਲੇ ਗਿਆ ਹੈ। ਇਸ ਜੀਵਨ ਰੂਪੀ ਸੇਜਾ ਉੱਤੇ ਮੈਂ ਇਕੱਲੀ ਲੇਟੀ ਹਾਂ ਤੇ ਮੇਰਿਆਂ ਨੈਣਾਂ ਵਿੱਚ ਨੀਂਦ ਨਹੀਂ ਹੈ ਤੇ ਕਿਰਪਾ ਕਰੋ ਵਾਪਸ ਪਰਤਾਓ, ਮੈਨੂੰ ਆਪਣੇ ਨਾਲ ਮਿਲਾ ਲਓ। ਇਹ ਵਿਛੜੀ ਹੋਈ ਜੀਵ ਆਤਮਾ ਦੀ ਅਰਦਾਸ ਹੈ। ਤੇ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਰਠ ਰਾਗ ਵਿੱਚ ਸੁਭਾਏਮਾਨ ਹੈ। ਪੰਚਮ ਪਾਤਸ਼ਾਹ ਜੀ ਇਸ ਜੀਵ ਰੂਪ ਇਸਤਰੀ ਦੀ ਬਿਰਹੋਂ ਉਸ ਪਤੀ ਪਰਮੇਸ਼ਰ ਪ੍ਰਮਾਤਮਾ ਪ੍ਰਤੀ ਵਿਛੜੀ ਹੋਈ ਰੂਹ ਦੀ ਜੋ ਅਰਦਾਸ ਹੈ ਨਾ, ਜੋ ਉਹਦਾ ਵਿਰਲਾਪ ਹੈ, ਤੜਫ ਹੈ, ਉਹਨੂੰ ਬਖਿਆਨ ਕਰਦੇ ਹਨ।
ਗਰੀਬ ਨਵਾਜ ਸ਼ਬਦ ਸ਼ੁਰੂਆਤ ਕਰਦੇ ਹਨ ਕਿ ਦਹਿ ਦਿਸ ਛਤਰ ਵੇਗ ਘਟਾ ਘਟ ਦਾਮਨ ਚਮਕ ਡਰਾਏ। ਗੁਰੂ ਸਾਹਿਬ ਕਹਿੰਦੇ ਹਨ ਕਿ ਬੱਦਲਾਂ ਦੀਆਂ ਘਟਾਂ ਹੀ ਘਟਾਂ ਚਾਰ ਚੁਫੇਰੇ ਪਸਰੀਆਂ ਹੋਈਆਂ, ਦਸੋਂ ਦਿਸ਼ਾ ਵਿੱਚ ਕਾਲੇ ਗੋਲੇ ਬੱਦਲ ਛਾਏ ਹੋਏ ਹਨ ਤੇ ਬਿਜਲੀ ਚਮਕ ਚਮਕ ਕੇ ਡਰਾ ਰਹੀ ਹੈ। ਜਦੋਂ ਬਿਜਲੀ ਗੜਕਦੀ ਹੈ ਨਾ ਤੇ ਉਹਦੀ ਗੜਕਦੀ ਆਵਾਜ਼ ਡਰਾਉਂਦੀ ਹੈ। ਗਰੀਬ ਨਵਾਜ ਇਹ ਇੱਕ ਸਾਡੇ ਸਾਹਮਣੇ ਵਿਖਿਆਨ ਕਰਦੇ ਹਨ। ਹੈ ਤੇ ਆਪਾਂ ਸਾਰੇ ਵਿਛੜੇ ਹਾਂ ਉਸ ਪਤੀ ਪਰਮੇਸ਼ਵਰ ਤੋਂ, ਪਰ ਇਹ ਅਰਦਾਸ ਕੌਣ ਕਰਦਾ ਹੈ? ਜਿਹੜਾ ਮਿਲਣਾ ਚਾਹੁੰਦਾ ਹੈ। ਨਹੀਂ ਤੇ ਬਹੁਤਾਤ ਗਿਣਤੀ ਤੇ ਮਿਲਣਾ ਹੀ ਨਹੀਂ ਚਾਹੁੰਦੇ, ਅਰਦਾਸ ਹੀ ਨਹੀਂ ਕਰਦੇ। ਅਰਦਾਸ ਵੀ ਕਰਦੇ ਹਾਂ ਆਪਣੇ ਸੁੱਖਾਂ ਦੀ, ਆਪਣੀਆਂ ਲੋੜਾਂ ਪੂਰੀਆਂ ਕਰਨ ਦੀ, ਆਪਣੇ ਤੱਕ ਸੀਮਿਤ ਹੈ ਸਾਡੀਆਂ ਅਰਦਾਸਾਂ। ਗੁਰੂ ਨੂੰ ਮਿਲਣ ਦੀ ਅਰਦਾਸ ਕਿਸੇ ਵਿਰਲੇ ਦੀ ਹੁੰਦੀ ਹੈ। ਤੇ ਪੰਜਮ ਪਾਤਸ਼ਾਹ ਜੀ ਕਹਿੰਦੇ ਹਨ ਕਿ ਦਹਿ ਦਿਸ ਛਤਰ ਮੇਘ ਘਟਾ ਘਟ ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹਿ ਨੈਨੋ ਫਿਰ ਪਰਦੇਸ ਸਦਾਇਓ। ਗੁਰੂ ਸਾਹਿਬ ਕਹਿੰਦੇ ਹਨ ਉਹ ਮੇਰਾ ਪਤੀ ਪਰਮੇਸ਼ਵਰ ਪਰਦੇਸ ਨੂੰ ਚਲੇ ਗਿਆ ਤੇ ਮੈਂ ਸੇਜਾ ਦੇ ਉੱਤੇ ਇਕੱਲੀ ਲੇਟੀ ਹਾਂ, ਨੈਣਾ ਵਿੱਚ ਨੀਂਦ ਨਹੀਂ ਹੈ। ਤੜਪ ਹੈ ਉਸ ਪਤੀ ਪਰਮੇਸ਼ਵਰ ਦੇ ਮਿਲਾਪ ਕਰਨ ਦੀ, ਉਹਦੇ ਦੇ ਵਿਛੋੜੇ ਦਾ ਦੁੱਖ ਝੱਲਿਆ ਨਹੀਂ ਜਾਂਦਾ। ਤੇ ਗੁਰੂ ਸਾਹਿਬ ਅੱਗੇ ਕਹਿੰਦੇ ਹਨ ਹੁਣ ਨਹੀਂ ਸੰਦੇਸਰੋ ਮਾਇਓ, ਆਪਣੇ ਆਪ ਨੂੰ ਮੁਖਾਤਬ ਕਰਕੇ ਕਹਿੰਦੇ ਹਨ ਕਿ ਉਹ ਪਤੀ ਪਰਮੇਸ਼ਵਰ ਮੈਨੂੰ ਕੋਈ ਸੁਨੇਹਾ ਵੀ ਨਹੀਂ ਭੇਜਦਾ, ਕੋਈ ਚਿੱਠੀ ਪੱਤਰ ਵੀ ਨਹੀਂ ਪਾਉਂਦਾ, ਪਰਦੇਸ ਚਲੇ ਗਿਆ, ਮੇਰੇ ਤੋਂ ਵਿਛੋੜਾ ਹੋ ਗਿਆ, ਮੈਂ ਵਿਛੜ ਗਈ ਉਹਦੇ ਤੋਂ, ਪਰ ਹੁਣ ਜਾ ਕੇ ਮੈਨੂੰ ਕੋਈ ਸੁਨੇਹਾ ਵੀ ਨਹੀਂ ਭੇਜਦਾ, ਕੋਈ ਪੱਤਰਕਾਰ ਕੋਈ ਚਿੱਠੀ ਮੇਰੇ ਵਾਸਤੇ ਭੇਜਦਾ ਹੀ ਨਹੀਂ। ਤੇ ਗਰੀਬ ਨਵਾਜ ਇੱਕ ਗੁਲਾਮੇ ਦੀ ਨਿਆਈ ਕਿ ਇਹ ਜੀਵ ਰੂਪ ਇਸਤਰੀ ਉਸ ਪਤੀ ਪਰਮਾਤਮਾ ਨੂੰ ਇੱਕ ਗੁਲਾਮਾ ਵੀ ਦਿੰਦੀ ਹੈ, ਇੱਕ ਮਿਹਣਾ ਵੀ ਮਾਰਦੀ ਹੈ। ਉਹ ਕੀ ਹੈ? ਗੁਰੂ ਸਾਹਿਬ ਕਹਿੰਦੇ ਹਨ ਏਕ ਕੋਸਰੋ ਸਿਧ ਕਰਤ ਲਾਲ ਤਬ ਚਤਰ ਪਾਤਰੋ ਆਇਓ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਜੀਵ ਰੂਪ ਇਸਤਰੀ ਇਉਂ ਕਹਿ ਰਹੀ ਹੈ ਕਿ ਪਹਿਲਾਂ ਤੇ ਇਉਂ ਹੁੰਦਾ ਸੀ ਵੀ ਜੇ ਕਿਤੇ ਇਹ ਮੇਰਾ ਪਤੀ ਇੱਕ ਉਹ ਪੈਂਡਾ ਵੀ ਕਿਤੇ ਦੂਰ ਜਾਂਦਾ ਸੀ ਨਾ ਮੇਰਾ, ਤੇ ਫਿਰ ਮੈਨੂੰ ਚਾਰ ਚਾਰ ਚਿੱਠੀਆਂ ਪਾਉਂਦਾ ਸੀ। ਏਕ ਕੋਸਰੋ ਸਿਧ ਕਰਤ ਲਾਲ, ਇੱਕ ਕੋਸ ਵੀ ਜਾਂਦਾ ਸੀ ਨਾ, ਤਬ ਚਤਰ ਪਾਤਰੋ ਆਇਓ, ਤਾਂ ਫਿਰ ਚਾਰ ਚਿੱਠੀਆਂ ਪੱਤਰਕਾਵਾਂ ਭੇਜ ਦਿੰਦਾ ਸੀ ਮੇਰੇ ਵਾਸਤੇ। ਤੇ ਹੁਣ ਕੋਈ ਸੰਦੇਸ਼ਾ, ਕੋਈ ਚਿੱਠੀ, ਕੋਈ ਪੱਤਰ ਹੀ ਨਹੀਂ ਹੈ। ਇਹ ਇੱਕ ਪਿਆਰ ਭਰਿਆ ਹੁਲਾਮਾ ਹੈ ਉਸ ਜੀਵ ਰੂਪ ਇਸਤਰੀ ਦਾ, ਜਿਹੜੀ ਇਸ ਗੱਲ ਨੂੰ ਮੰਨਦੀ ਹੈ ਕਿ ਜਦੋਂ ਮੈਂ ਇਸ ਮਾਤ ਲੋਕ ਤੇ ਨਹੀਂ ਆਈ ਸੀ ਤੇ ਮੈਂ ਉਸ ਪਰਮਾਤਮਾ ਨਾਲ ਜੁੜੀ ਹੋਈ ਸੀ, ਹੁਣ ਮੈਂ ਟੁੱਟ ਗਈ ਹਾਂ, ਕਾਰਨ ਕੀ ਹੈ? ਮੈਨੂੰ ਕਾਰਨ ਨਹੀਂ ਲੱਭਦਾ, ਪਰ ਮੈਨੂੰ ਵਿਛੋੜੇ ਦਾ ਦੁੱਖ ਹੈ, ਮੈਂ ਮਿਲਣਾ ਚਾਹੁੰਦੀ ਹਾਂ। ਜਿਸ ਜੀਵ ਰੂਪ ਇਸਤਰੀ ਦੇ ਮਨ ਵਿੱਚ ਗੁਰੂ ਰੂਪ ਪਤੀ ਨੂੰ ਮਿਲਣ ਦੀ ਤਾਂਘ ਹੈ, ਇੱਛਾ ਹੈ, ਉਹਦੀ ਤੇ ਅਰਦਾਸ ਹੁੰਦੀ ਹੈ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ। ਮੇਰੇ ਨੈਣ ਤਰਸ ਰਹੇ ਹਨ ਤੇਰੇ ਦਰਸ਼ਨਾਂ ਨੂੰ ਪ੍ਰਸੰਨ ਕਰਨ ਵਾਸਤੇ, ਰਾਤ ਨੂੰ ਨੀਂਦ ਨਹੀਂ ਆਉਂਦੀ। ਗੁਰੂ ਸਾਹਿਬ ਕਹਿੰਦੇ ਹਨ ਦਰਸ਼ਨ ਪਿਆਸੀ ਦਿਨ ਸਰਾਤ ਚਿਤਮੋ ਅਨ ਦਿਨ ਨੀਂਦ। ਗਰੀਬ ਨਵਾਜ ਮੈਂ ਤੇਰਿਆਂ ਦਰਸ਼ਨਾਂ ਦੀ ਪਿਆਸੀ ਹਾਂ ਤੇ ਦਿਨੇ ਰਾਤ ਤੈਨੂੰ ਯਾਦ ਕਰਦੀ ਹਾਂ। ਨਿਤ ਇੱਕ ਪਲ ਛਿਨ ਵੀ ਤੈਨੂੰ ਨਹੀਂ ਭੁੱਲਦੀ, ਤੇਰੇ ਦਰਸ਼ਨਾਂ ਦੀ ਤਾਂਘ ਵਿਛੋੜੇ ਦਾ ਦੁੱਖ ਮੈਨੂੰ ਸਾੜੀ ਜਾਂਦਾ ਹੈ ਅੰਦਰੋਂ ਅੰਦਰ। ਮੈਨੂੰ ਤੇਰੇ ਮਿਲਣ ਦਾ ਬੜਾ ਚਾਅ ਹੈ, ਬੜੀ ਤਾਂਘ ਹੈ, ਬੜੀ ਇੱਛਾ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਿਤਮੋ ਅਨ ਦਿਨ ਨੀਤ, ਖੋਲ ਕਪਟ ਗੁਰ ਵੇਲਿਆ ਨਾਨਕ ਹਰ ਸੰਗ ਮੀਤ। ਜਦੋਂ ਗੁਰੂ ਨੇ ਅਰਦਾਸ ਸੁਣੀ ਤੇ ਅਰਦਾਸ ਸੁਣ ਕੇ ਫਿਰ ਗੁਰੂ ਨੇ ਆਪਣੇ ਨਾਲ ਮੇਲ ਲਿਆ। ਗੁਰੂ ਅਰਦਾਸ ਸੁਣਦਾ ਹੈ ਪਰ ਜੇ ਅੰਦਰੋਂ ਜੁੜ ਕੇ ਕੀਤੀ ਜਾਵੇ।
ਆਪਾਂ ਅਰਦਾਸਾਂ ਆਪਣੇ ਤੱਕ ਹੀ ਸੀਮਤ ਰੱਖਦੇ ਹਾਂ, ਆਪਣੀਆਂ ਲੋੜਾਂ ਦੀਆਂ ਹੀ ਅਰਦਾਸਾਂ ਹੁੰਦੀਆਂ ਹਨ। ਗੁਰੂ ਨੂੰ ਮਿਲਣ ਪ੍ਰਤੀ ਜਿਹੜੀ ਅਰਦਾਸ ਹੈ ਨਾ, ਉਹ ਵੀ ਉਦੋਂ ਹੁੰਦੀ ਹੈ ਜਦੋਂ ਗੁਰੂ ਦੀ ਹੀ ਕਿਰਪਾ ਹੋਵੇ। ਤੇ ਪੰਚਮ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਸਮਾਂ ਸੀ ਜਦੋਂ ਮੇਰਾ ਪਤੀ ਪਰਮੇਸ਼ਵਰ ਮੇਰੇ ਤੋਂ ਇੱਕ ਕੋਹ ਵੀ ਦੂਰ ਜਾਂਦਾ ਸੀ ਨਾ, ਤੇ ਮੈਨੂੰ 4-4 ਪੱਤਰਕਾਵਾਂ ਭੇਜਦਾ ਸੀ, ਹੁਣ ਕਦੀ ਯਾਦ ਹੀ ਨਹੀਂ ਕਰਦਾ। ਕਾਰਨ ਹੈ ਕਿ ਅੱਜ ਸਾਡੇ ਆਪਣੀਆਂ ਚਤਰ ਚਲਾਕੀਆਂ ਕਰਕੇ ਅਸੀਂ ਗੁਰੂ ਰੂਪ ਪਤੀ ਤੋਂ ਦੂਰ ਹੋ ਗਏ। ਗਰੀਬ ਨਵਾਜ ਅੱਗੇ ਬਖਸ਼ਿਸ਼ ਕਰਦੇ ਹਨ ਕਿ ਕਿਉਂ ਬਿਸਰੈ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ। ਮੈਨੂੰ ਸਮਝ ਨਹੀਂ ਆਉਂਦੀ ਉਹ ਗੁਰੂ ਰੂਪੀ ਪਤੀ ਪਰਮੇਸ਼ਵਰ ਮੇਰੇ ਤੋਂ ਕਿਉਂ ਵਿਛੜ ਗਿਆ, ਜਿਹੜਾ ਸਾਰੇ ਸੁੱਖਾਂ ਦਾ ਖਿਆਲ ਰੱਖਦਾ ਸੀ, ਸਾਰੇ ਸੁੱਖਾਂ ਦਾ ਮੇਰਾ ਖਿਆਲ ਰੱਖਦਾ ਸੀ, ਮੈਨੂੰ ਸਾਰੇ ਸੁੱਖ ਦਿੰਦਾ ਸੀ। ਮੇਰਾ ਉਹ ਪਤੀ ਪਰਮੇਸ਼ਵਰ ਮੇਰੇ ਤੋਂ ਵਿਛੜ ਕਿਉਂ ਗਿਆ, ਮੈਨੂੰ ਸਮਝ ਨਹੀਂ ਆਉਂਦੀ। ਇਹ ਇੱਕ ਜੀਵ ਦੇ, ਆਤਮਾ ਦੇ ਆਪਣੇ ਆਪ ਨਾਲ ਸਵਾਲ ਹਨ। ਇਹ ਤੁਹਾਡੇ ਤੇ ਸਾਡੇ ਵੀ ਸਵਾਲ ਹੋ ਸਕਦੇ ਹਨ ਜੇ ਅਸੀਂ ਸੋਚੀਏ ਤਾਂ। ਜੇ ਨਾ ਸੋਚੀਏ ਤੇ ਫਿਰ ਕੁਝ ਵੀ ਨਹੀਂ। ਫਿਰ ਤੇ ਕੇਵਲ ਇੱਥੋਂ ਤੱਕ ਸੀਮਿਤ ਹੁੰਦਾ ਹੈ ਸਾਡਾ ਵੀ ਅਸੀਂ ਗੁਰੂ ਘਰ ਆਉਣੇ ਹਾਂ, ਮੱਸਿਆ ਤੇ ਪੂਰਨਮਾਸ਼ੀ ਦੇ ਸੰਗਰਾਮ ਤੇ ਆਏ, ਅਰਦਾਸ ਕੀਤੀ, ਲੰਬੀ ਚੌੜੀ ਲਿਸਟ ਗੁਰੂ ਦੇ ਅੱਗੇ ਰੱਖੀ ਤੇ ਘਰਾਂ ਨੂੰ ਚਲੇ ਗਏ। ਜੇ ਗੁਰੂ ਕਿਰਪਾ ਕਰ ਦੇਵੇ ਕਿਤੇ ਵਿੱਚ ਵੀ ਸਾਨੂੰ ਸਮਾਂ ਮਿਲ ਜਾਵੇ ਤੇ ਫਿਰ ਵੀ ਅਸੀਂ ਨਵੀਂ ਅਰਦਾਸ ਲੈ ਕੇ ਆਉਂਦੇ ਹਾਂ। ਸਾਡੀਆਂ ਨਵੀਆਂ ਮੰਗਾਂ ਹੁੰਦੀਆਂ ਹਨ। ਕਦੀ ਇਹ ਤੇ ਸ਼ੁਕਰ ਕੀਤਾ ਹੀ ਨਹੀਂ ਵੀ ਗਰੀਬ ਨਵਾਜ ਤੇਰਾ ਸ਼ੁਕਰ ਹੈ, ਇਹ ਅਰੋਗ ਦੇਹ ਦਿੱਤੀ ਹੈ, ਇਹ ਕੰਚਨ ਵਰਗਾ ਸਰੀਰ ਦਿੱਤਾ ਹੈ, ਸੋਚਣ ਦੀ ਬੁੱਧੀ ਦਿੱਤੀ ਹੈ, ਵੇਖਣ ਲਈ ਨੇਤਰ ਦਿੱਤੇ ਹਨ, ਸੁਣਨ ਲਈ ਕੰਨ ਦਿੱਤੇ ਹਨ, ਬੋਲਣ ਵਾਸਤੇ ਰਸਨਾ ਦਿੱਤੀ ਹੈ। ਤੇਰਾ ਸ਼ੁਕਰ ਹੈ। ਸ਼ੁਕਰ ਤੇ ਅਸੀਂ ਕਦੀ ਕੀਤਾ ਹੀ ਨਹੀਂ। ਸਾਨੂੰ ਗੁਰੂ ਪ੍ਰਤੀ ਹਮੇਸ਼ਾ ਸ਼ਿਕਾਇਤਾਂ ਹੀ ਰਹਿੰਦੀਆਂ, ਤੇ ਜੇ ਕੋਈ ਸ਼ਿਕਾਇਤ ਨਹੀਂ ਕਰੇਗਾ ਤੇ ਫਿਰ ਲੰਬੀਆਂ ਚੌੜੀਆਂ ਅਰਦਾਸਾਂ ਤੇ ਆਪਾਂ ਸਾਰਿਆਂ ਦੀਆਂ ਹੁੰਦੀਆਂ। ਗੁਰੂ ਕੋਲ ਆ ਕੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਿਹਾ ਕਰਦੇ ਸਨ, ਗੁਰੂ ਦੀ ਖੁਸ਼ੀ ਕਿਹਦੇ ਤੇ ਹੁੰਦੀ ਹੈ? ਬਾਬਾ ਜੀ ਨੇ ਕਿਹਾ ਕਰਨਾ, ਜਿਹੜੀ ਸੁਚੱਜੀ ਇਸਤਰੀ ਹੈ ਨਾ, ਜਿਹੜੀ ਸੁਚੱਜੀ ਸਿਆਣੀ ਪਤਨੀ ਹੈ, ਉਹ ਪਤੀ ਕੋਲੋਂ ਕਦੀ ਕੋਈ ਵਸਤੂ ਨਹੀਂ ਮੰਗੇਗੀ। ਉਹ ਪਤੀ ਦੀ ਖੁਸ਼ੀ ਦਾ ਖਿਆਲ ਰੱਖੇਗੀ ਵੀ ਮੇਰਾ ਪਤੀ ਖੁਸ਼ ਕਿਵੇਂ ਰਹਿੰਦਾ ਹੈ, ਕਿਹੜੀ ਗੱਲ ਕਰਕੇ ਮੇਰੇ ਪਤੀ ਖੁਸ਼ ਹੁੰਦਾ ਹੈ। ਜਿਸ ਗੱਲ ਵਿੱਚ ਪਤੀ ਦੀ ਖੁਸ਼ੀ ਹੋਏਗੀ ਨਾ, ਉਹ ਸਿਆਣੀ ਇਸਤਰੀ ਉਹ ਕੰਮ ਕਰੇਗੀ। ਤੇ ਜੇ ਪਤੀ ਖੁਸ਼ ਹੋ ਕੇ ਪੁੱਛੇ ਵੀ ਦੱਸ ਤੈਨੂੰ ਕਿਸੇ ਚੀਜ਼ ਦੀ ਲੋੜ ਹੈ, ਤੇ ਉਹਦਾ ਜਵਾਬ ਹੁੰਦਾ ਹੈ ਜੀ ਨਹੀਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਤੁਹਾਡੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ। ਤੇ ਬਾਬਾ ਜੀ ਕਿਹਾ ਕਰਦੇ ਸਨ, ਫਿਰ ਉਹ ਪਤੀ ਜਿਹੜਾ ਹੈ ਨਾ, ਉਹ ਸਮਝ ਜਾਂਦਾ ਹੈ ਕਿ ਜੇ ਇਹ ਇੰਨੀ ਆਗਿਆਕਾਰ ਹੈ, ਮੇਰੀ ਖੁਸ਼ੀ ਦਾ ਇੰਨਾ ਖਿਆਲ ਰੱਖਦੀ ਹੈ ਨਾ, ਤੇ ਫਿਰ ਮੇਰਾ ਵੀ ਫਰਜ਼ ਹੈ ਇਹਦੇ ਹਰ ਇੱਕ ਸੁੱਖ ਦਾ ਖਿਆਲ ਰੱਖਣਾ, ਇਹਨੂੰ ਹਰ ਇੱਕ ਸੁੱਖ ਦੇਣਾ, ਇਹ ਮੇਰਾ ਫਰਜ਼ ਹੈ। ਇਸੇ ਤਰ੍ਹਾਂ ਬਾਬਾ ਜੀ ਨੇ ਕਿਹਾ ਕਰਨਾ, ਆਪਾਂ ਸਾਰੇ ਉਸ ਪਰਿਪੂਰਨ ਪਰਮਾਤਮਾ ਦੀਆਂ ਇਸਤਰੀਆਂ ਹਨ। ਗੁਰੂ ਸਾਹਿਬ ਜੀ ਦਾ ਬਚਨ ਹੈ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਇੱਕੋ ਪੁਰਖ ਹੈ, ਪਰਿਪੂਰਨ ਪਰਮਾਤਮਾ ਨਿਰੰਕਾਰ ਵਾਹਿਗੁਰੂ। ਤੇ ਬਾਬਾ ਜੀ ਕਿਹਾ ਕਰਦੇ ਸਨ, ਜੋ ਜੀਵ ਰੂਪ ਇਸਤਰੀ ਉਸ ਪਤੀ ਪੂਰਨ ਪਰਮਾਤਮਾ ਨੂੰ ਖੁਸ਼ ਕਰਦੀ। ਗੁਰੂ ਖੁਸ਼ ਕਿਵੇਂ ਹੁੰਦਾ ਹੈ? ਜਿਹੜਾ ਗੁਰੂ ਕੋਲ ਜਾ ਕੇ ਗੁਰੂ ਦਾ ਨਾਮ ਮੰਗਦਾ ਹੈ ਨਾ, ਗੁਰੂ ਦੀ ਖੁਸ਼ੀ ਹੈ ਉਹਦੇ। ਫਿਰ ਸਿੱਖ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ। ਜੇ ਗੁਰੂ ਕੋਲੋਂ ਗੁਰੂ ਦਾ ਨਾਮ ਮੰਗ ਲਿਆ ਨਾ, ਨਾਮ ਦੀ ਦਾਤ ਝੋਲੀ ਵਿੱਚ ਪੈ ਗਈ, ਤੇ ਫਿਰ ਬਾਕੀ ਵਸਤੂਆਂ ਮੰਗਣ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ। ਤੇ ਪੰਚਮ ਪਾਤਸ਼ਾਹ ਜੀ ਵੀ ਇਹੀ ਕਹਿ ਰਹੇ ਹਨ ਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਵਿਸਰੈ ਇਹੋ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ। ਮੰਦਰ ਚਲ ਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ। ਮੈਂ ਉਸ ਪਤੀ ਪੂਰਨ ਪ੍ਰਮਾਤਮਾ ਨੂੰ ਲੱਭਣ ਵਾਸਤੇ ਕੋਠੇ ਦੀ ਛੱਤ ਤੇ ਚੜ ਕੇ, ਮੰਦਰਾਂ ਦੀ ਛੱਤ ਤੇ ਚੜ ਕੇ ਦੂਰ ਤੱਕ ਨਿਗਾਹ ਮਾਰਦੀ ਹਾਂ, ਕਿਤੇ ਤੇ ਨਜ਼ਰ ਆਵੇ। ਉਹਦਾ ਰਸਤਾ ਤੱਕ ਤੱਕ ਕੇ ਉਹਦੀ ਉਡੀਕ ਵਿੱਚ ਮੇਰਿਆਂ ਨੈਣਾਂ ਵਿੱਚ ਅਥਰੂ ਆ ਗਏ, ਨੀਰ ਭਰ ਆਇਆ। ਇਹ ਵਿਛੋੜੇ ਦਾ ਦੁੱਖ ਹੈ, ਇਹ ਮਿਲਣ ਦੀ ਤਾਂਘ ਹੈ। ਜੇ ਆਪਾਂ ਇਸ ਤਾਂਘ ਨੂੰ, ਇਸ ਵਾਕਿਆ ਨੂੰ ਸੰਸਾਰ ਪਾਸੇ ਵੀ ਲਾ ਲਈਏ ਨਾ, ਤੇ ਬਹੁਤ ਰਿਸ਼ਤੇ ਹਨ ਸੰਸਾਰ ਵਿੱਚ ਇਹੋ ਜਿਹੇ ਜਿਨ੍ਹਾਂ ਤੋਂ ਵਿਛੜ ਕੇ ਇਨਸਾਨ ਬਹੁਤ ਰੋਂਦਾ ਹੈ, ਜਿਨ੍ਹਾਂ ਦੇ ਵਿਛੋੜੇ ਕਰਕੇ ਇਨਸਾਨ ਸੁੱਖ ਵਿੱਚ ਬੈਠਾ ਹੋਇਆ ਵੀ ਦੁਖੀ ਰਹਿੰਦਾ ਹੈ।
ਆਪਾਂ ਕੱਲ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਨਾ, ਜੇ ਅੰਦਰ ਟਿਕਾਓ ਹੈ, ਅੰਦਰ ਸ਼ਾਂਤੀ ਹੈ, ਤੇ ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਸਾਡੇ ਸਾਹਮਣੇ ਹੈ। ਤਤੀ ਤਵੀ ਦੇ ਵੀ ਬੈਠੇ ਸੀ ਨਾ, ਤੇ ਫਿਰ ਵੀ ਸ਼ਾਂਤੀ ਦੇ ਪੁੰਜ ਇਕਾਗਰ ਚਿੱਤ ਸਨ। ਕਾਰਨ ਸੀ ਵੀ ਅੰਦਰ ਸ਼ਾਂਤੀ ਹੈ, ਅੰਦਰ ਟਿਕਾਓ ਹੈ, ਅੰਦਰ ਠੰਡਕ ਹੈ, ਥੱਲੇ ਬਲਦੀ ਤੱਤੀ ਅੱਗ ਤਵੀ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਸੇਕ ਨਹੀਂ ਦੇ ਰਹੀ। ਤੇ ਜੇ ਅੰਦਰ ਤਪਸ਼ ਹੈ, ਅੰਦਰ ਕ੍ਰੋਧ ਦੀ ਅੱਗ ਪ੍ਰਜਵਲਿਤ ਹੈ ਨਾ, ਤੇ ਫਿਰ ਇਨਸਾਨ ਕਈ ਵਾਰੀ ਆਪਾਂ ਵੇਖਿਆ ਹੋਵੇਗਾ, ਬੇਸ਼ੱਕ ਬਹੁਤ ਸੁੱਖਾਂ ਵਿੱਚ ਵੀ ਬੈਠਾ ਹੋਵੇ ਨਾ, ਉਹ ਤਾਂ ਵੀ ਤਪਸ਼ ਨਾਲ, ਕ੍ਰੋਧ ਨਾਲ, ਗੁੱਸੇ ਨਾਲ ਲਾਲ ਹੀ ਰਹਿੰਦਾ ਹੈ। ਉਹਨੂੰ ਟਿਕਾਓ, ਸ਼ਾਂਤੀ, ਇਕਾਗਰਤਾ ਮਿਲਦੀ ਨਹੀਂ। ਕਾਰਨ ਜੇ ਅੰਦਰ ਟਿਕਾਓ ਹੈ ਤੇ ਸਭ ਕੁਝ ਟਿਕਾਓ 'ਚ ਨਜ਼ਰ ਆਉਂਦਾ ਹੈ। ਜੇ ਅੰਦਰ ਭਟਕਣਾ ਹੈ ਤੇ ਸਾਰੇ ਭਟਕਣਾ ਨਜ਼ਰ ਆਉਂਦੀ ਹੈ। ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਹਨ ਕਿ ਇਹ ਜੀਵ ਜਿਹੜਾ ਅੰਦਰੋਂ, ਜਿਹੜੀ ਜੀਵ ਰੂਪ ਇਸਤਰੀ ਉਸ ਪਰਿਪੂਰਨ ਪਰਮਾਤਮਾ ਤੋਂ ਵਿਛੜ ਗਈ ਨਾ, ਉਹ ਅਰਦਾਸਾਂ ਕਰਦੀ ਹੈ ਕਿ ਮੈਂ ਰੋਜ਼ ਉਸ ਪਤੀ ਪੂਰਨ ਦਾ, ਨਿਰੰਕਾਰ ਜੀ ਦਾ ਰਸਤਾ ਉਡੀਕਦੀ ਹਾਂ। ਮੇਰਿਆਂ ਨੇਤਰਾਂ ਵਿੱਚ ਉਹਨੂੰ ਯਾਦ ਕਰ ਕਰਕੇ ਨੀਰ ਭਰ ਆਉਂਦਾ ਹੈ। ਮੰਦਰ ਚਰ ਕੈ ਪੰਥ ਨਿਹਾਰੋਂ, ਨੈਣ ਨੀਰ ਭਰ ਆਇਓ, ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ। ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵ ਰੂਪ ਇਸਤਰੀ ਮਨ ਵਿੱਚ ਸੋਚਦੀ ਹੈ ਕਿ ਉਹ ਪਤੀ ਪਰਮੇਸ਼ਵਰ ਮੇਰੇ ਤੋਂ ਬਿਨਾਂ ਇੱਕ ਪਲ ਨਹੀਂ ਰਹਿੰਦਾ ਸੀ, ਮੈਂ ਉਹਦੇ ਤੋਂ ਬਿਨਾਂ ਇੱਕ ਪਲ ਨਹੀਂ ਰਹਿੰਦੀ ਸੀ। ਤੇ ਫਿਰ ਹੁਣ ਕੀ ਕਾਰਨ ਹੋ ਗਿਆ ਜਿਹੜਾ ਮੇਰੇ ਤੋਂ ਵਿਛੜਨਾ ਨਹੀਂ ਚਾਹੁੰਦਾ ਸੀ, ਮੈਂ ਉਹਦੇ ਤੋਂ ਵਿਛੜਨਾ ਨਹੀਂ ਚਾਹੁੰਦੀ ਸੀ, ਹੁਣ ਕੀ ਕਾਰਨ ਹੋ ਗਿਆ? ਬਈ ਸੁਣਿਆ ਹੈ ਜਿਹੜੇ ਦੇਸ਼ ਵਿੱਚ ਗਿਆ ਹੈ ਨਾ, ਜਿਸ ਪ੍ਰਦੇਸ਼ ਵਿੱਚ ਵਸਦਾ, ਉਹ ਨੇੜੇ ਹੀ ਹੈ, ਪਰ ਮੈਨੂੰ ਨਜ਼ਰ ਨਹੀਂ ਆਉਂਦਾ, ਮੈਨੂੰ ਯਾਦ ਨਹੀਂ ਕਰਦਾ, ਮੈਨੂੰ ਪੱਤਰਕਾਰ ਦੀ ਚਿੱਠੀ ਨਹੀਂ ਭੇਜਦਾ, ਮੇਰੇ ਲਈ ਕੋਈ ਸੁਖ ਸੁਨੇਹਾ ਨਹੀਂ ਭੇਜਦਾ। ਕੀ ਕਾਰਨ ਹੈ? ਜੇ ਅਸੀਂ ਸੋਚੀਏ ਤੇ ਅੱਜ ਸਾਨੂੰ ਬੜੀ ਲੋੜ ਹੈ ਇਸ ਗੱਲ ਤੇ ਧਿਆਨ ਦੇਣ ਦੀ ਵੀ ਅਸੀਂ ਗੁਰੂ ਤੋਂ ਦੂਰ ਹੋ ਗਏ। ਕਿਸੇ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ ਹੈ। ਉਹ ਕਹਿੰਦਾ ਅੱਜ ਤੋਂ ਪੁਰਾਣੇ ਸਮਿਆਂ ਦੀ ਗੱਲ ਕਰੀਏ ਨਾ, ਤੇ ਪੁਰਾਣੇ ਸਮਿਆਂ ਵਿੱਚ ਜਿਹੜੇ ਧਾਰਮਿਕ ਸਥਾਨ ਸੀ ਨਾ, ਉਹ ਕੱਚੇ ਹੋਇਆ ਕਰਦੇ ਸਨ, ਪਰ ਉਹਨਾਂ ਦੇ ਜਿਹੜੇ ਪੈਰੋਕਾਰ ਸਨ, ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸਨ, ਉਹਨਾਂ ਦਾ ਵਿਸ਼ਵਾਸ, ਭਰੋਸਾ ਗੁਰੂ ਦੇ ਉੱਤੇ, ਟੇਕ ਗੁਰੂ ਦੇ ਉੱਤੇ ਆਧਾਰ ਜਿਹੜਾ ਸੀ ਉਹ ਪੱਕਾ ਹੋਇਆ ਕਰਦਾ ਸੀ। ਹੁਣ ਕੰਮ ਪੁੱਠਾ ਹੋ ਗਿਆ। ਉਹ ਜਿਹੜੇ ਧਾਰਮਿਕ ਸਥਾਨ ਉਹਦੇ ਬਹੁਤ ਸੋਹਣੇ ਪੱਕੇ ਬਣ ਗਏ, ਪਰ ਸਾਡਾ ਭਰੋਸਾ ਕੱਚਾ ਹੋ ਗਿਆ, ਸਾਨੂੰ ਗੁਰੂ ਤੇ ਭਰੋਸਾ ਹੀ ਨਹੀਂ। ਅੱਜ ਸਾਡੇ ਦੁੱਖ ਦਾ, ਸਾਡੀਆਂ ਤਕਲੀਫਾਂ ਦਾ ਕਾਰਨ ਇਹੋ ਹੀ ਹੈ, ਅਸੀਂ ਆਪਣੀ ਜੜ ਤੋਂ, ਆਪਣੇ ਮੁੱਢ ਤੋਂ ਦੂਰ ਹੋਈ ਜਾਂਦੇ ਹਾਂ। ਅਸੀਂ ਗੁਰੂ ਨੂੰ ਭੁੱਲੀ ਜਾਂਦੇ ਹਾਂ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਪਿਆਰ ਕਰਦੇ ਹਾਂ। ਗੁਰੂ ਸਾਹਿਬ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ। ਅਸੀਂ ਉਸ ਦਾਤ ਨਾਲ ਤੇ ਪਿਆਰ ਕਰ ਲਿਆ ਜਿਹੜੀ ਗੁਰੂ ਕੋਲੋਂ ਮੰਗ ਕੇ ਲਈ ਜਾਂ ਗੁਰੂ ਨੇ ਸਾਨੂੰ ਦੇ ਦਿੱਤੀ, ਉਹਦੇ ਨਾਲ ਅਸੀਂ ਪਿਆਰ ਕਰ ਲਿਆ। ਤੇ ਜਿਸ ਗੁਰੂ ਨੇ ਦਾਤਾਂ ਦਿੱਤੀਆਂ ਸੀ ਤੇ ਅੱਗੇ ਵੀ ਦੇਈ ਜਾਂਦਾ, ਸਾਰੀ ਜ਼ਿੰਦਗੀ ਸਾਰੀ ਦੁਨੀਆ ਨੂੰ ਦੇਵੇਗਾ, ਉਹਨੂੰ ਭੁੱਲੀ ਜਾਂਦੇ ਹਾਂ। ਪੰਜਮ ਪਾਤਸ਼ਾਹ ਕਹਿੰਦੇ ਹਨ ਕਿ ਹਉ ਹਉ ਭੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ। ਮੈਂ ਉਸ ਪਤੀ ਪਰਮੇਸ਼ਵਰ ਨੂੰ ਆਪਣੇ ਨੇੜੇ ਮੰਨਦੀ ਸੀ, ਉਹ ਮੈਨੂੰ ਨੇੜੇ ਮੰਨਦਾ ਸੀ, ਕਦੀ ਵਿਛੋੜਨ ਦੀ ਗੱਲ ਹੀ ਨਹੀਂ ਸੋਚੀ ਸੀ। ਅੱਜ ਸੁਣਿਆ ਮੇਰੇ ਲਾਲ ਦੇ ਦੇਸ਼ ਵਿੱਚ ਉਹਦਾ ਨਿਵਾਸ ਹੈ, ਪਰ ਮੈਨੂੰ ਯਾਦ ਨਹੀਂ ਕਰਦਾ, ਮੈਨੂੰ ਦਿਖਦਾ ਨਹੀਂ। ਤੇ ਅੱਗੇ ਗਰੀਬ ਨਵਾਜ ਕਿਰਪਾ ਕਰਦੇ ਹਨ ਕਿ ਭਾਬੀਰੀ ਕੈ ਪਾਤ ਪਰਦੋ, ਬਿਨ ਦੇਖੇ ਦੁਰਾਇਓ। ਗੁਰੂ ਸਾਹਿਬ ਕਹਿੰਦੇ ਹਨ ਮੇਰੇ ਤੇ ਉਸ ਪਰਿਪੂਰਨ ਪ੍ਰਮਾਤਮਾ ਦੇ ਵਿਚਾਲੇ ਇੱਕ ਕੰਧ ਆ ਗਈ। ਇੱਕੋ ਕੰਧ ਦਾ ਭੁਲੇਖਾ ਹੈ, ਇੱਕੋ ਕੰਧ ਦਾ ਭੁੱਲਾ ਹੈ। ਉਹ ਕੰਧ ਕਿਹੜੀ ਹੈ? ਹਉਮੈ ਦੀ, ਹੰਕਾਰ ਦੀ। ਉਹ ਜਿਹੜੀ ਹਉਮੈ ਹੰਕਾਰ ਦੀ ਕੰਧ ਹੈ ਨਾ, ਉਹ ਮੇਰੇ ਤੇ ਮੇਰੇ ਪਤੀ ਵਿੱਚ, ਭਾਵ ਇਸ ਜੀਵ ਵਿੱਚ
ਤੇ ਉਸ ਪਰਿਪੂਰਨ ਪਰਮਾਤਮਾ ਦੇ ਵਿਚਾਲੇ ਇੱਕ ਕੰਧ ਪੈ ਗਈ ਹਉਮੈ ਹੰਕਾਰ ਦੀ। ਤੇ ਗੁਰੂ ਸਾਹਿਬ ਕਹਿੰਦੇ ਉਹ ਕੰਧ ਵੀ ਕਿਹੋ ਜਿਹੀ ਹੈ? ਭੰਬੀਰੀ ਦੇ ਖੰਭ ਵਰਗੀ। ਭੰਬੀਰੀ ਆਪਾਂ ਸਭ ਨੂੰ ਪਤਾ ਹੈ ਇੱਕ ਉੱਡਣ ਵਾਲਾ ਜੀਵ ਹੈ। ਉਹਦਾ ਖੰਭ ਜਿਹੜਾ ਨਾ ਪਾਰਦਰਸ਼ੀ ਹੁੰਦਾ, ਉਹਦੇ ਆਲੇ ਦੁਆਲੇ ਆਸੇ ਪਾਸੇ ਨਜ਼ਰ ਆਉਂਦਾ ਹੈ, ਆਰ ਪਾਰ ਦੇਖੀਏ ਤੇ ਉਹਦੇ ਨਜ਼ਰ ਆਉਂਦਾ ਹੈ ਭੰਬੀਰੀ ਦੇ ਖੰਭ ਦੇ। ਪਰ ਪਰਦਾ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਇਹੋ ਪਰਦਾ ਹੈ ਭੰਬੀਰੀ ਦੇ ਖੰਭ ਵਰਗਾ। ਭੰਬੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ, ਮੇਰੇ ਤੇ ਉਸ ਪਰਮਾਤਮਾ ਦੇ ਵਿੱਚ ਭੰਬੀਰੀ ਦੇ ਖੰਭ ਵਰਗਾ ਪਰਦਾ ਆ ਗਿਆ ਹਉਮੈ ਦਾ। ਜਦੋਂ ਹੰਕਾਰ ਹਉਮੈ ਕਰਦਾ ਹੈ ਨਾ, ਜਦੋਂ ਇਨਸਾਨ ਨੂੰ ਹਉਮੈ ਆਉਂਦੀ ਹੈ, ਹੰਕਾਰ ਆਉਂਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਹੰਕਾਰ, ਇਹ ਹਉਮੈ ਮੈਨੂੰ ਉਸ ਪਰਮਾਤਮਾ ਤੋਂ, ਉਸ ਨਿਰੰਕਾਰ ਤੋਂ ਕਿੰਨਾ ਦੂਰ ਲੈ ਜਾਵੇਗੀ। ਉਦੋਂ ਸਮਝ ਨਹੀਂ ਆਉਂਦੀ, ਉਦੋਂ ਆਪਣੇ ਆਪ ਵਿੱਚ ਪਤਾ ਨਹੀਂ ਕੀ ਬਣ ਜਾਂਦਾ ਹੈ। ਜੇ ਅੱਜ ਗੁਰੂ ਨੇ ਸਾਨੂੰ ਇੰਨੀ ਸਮਰੱਥਾ ਬਖਸ਼ ਦਿੱਤੀ ਵੀ ਸਾਡਾ ਕਾਰੋਬਾਰ ਚੰਗਾ ਹੈ, ਅਸੀਂ ਚਾਰ ਦਮੜੇ ਕਮਾਉਣੇ ਹਾਂ, ਤੇ ਗੁਰੂ ਨੇ ਸਾਨੂੰ ਅਕਲ ਦੇ ਦਿੱਤੀ ਵੀ ਇਸ ਕੀਤੀ ਹੋਈ ਕਿਰਤ ਕਮਾਈ ਵਿੱਚੋਂ ਕੁਝ ਦਸਵੰਧ ਕਿਸੇ ਗੁਰੂ ਘਰ, ਕਿਸੇ ਗਰੀਬ ਦੀ ਮਦਦ, ਕਿਤੇ ਧਰਮ ਸਥਾਨ ਤੇ, ਕਿਤੇ ਧਰਮ ਦੇ ਲੇਖੇ ਲਾ ਦਈਏ। ਤੇ ਜੇ ਅਸੀਂ ਉਸ ਸਮਝ ਸਦਕਾ ਇਸ ਕੰਮ ਨੂੰ ਕਰਨ ਲੱਗੀਏ ਨਾ, ਤੇ ਸਭ ਤੋਂ ਪਹਿਲਾਂ ਸਾਡੇ ਅੱਗੇ ਖੜੀ ਹੋ ਜਾਂਦੀ ਹੈ ਹਉਮੈ। ਹੰਕਾਰ ਡਾਂਗ ਲੈ ਕੇ ਖੜਾ ਹੋ ਜਾਂਦਾ ਹੈ ਵੀ ਇਹ ਕੰਮ ਕਰਨਾ ਤੇ ਹੈਗਾ ਨਾ, ਪਰ ਇਹ ਕੰਮ ਕਰੀ ਤਾਂ ਜੇ ਘੱਟ ਤੋਂ ਘੱਟ 10-20 ਬੰਦਿਆਂ ਨੂੰ ਪਤਾ ਤੇ ਲੱਗੇ। ਅਸੀਂ ਉਸ ਹਉਮੈ ਦੇ ਵਸ ਹੋਏ, ਹੰਕਾਰ ਦੇ ਵਸ ਹੋ ਕੇ ਪੁੰਨ ਦਾਨ ਤੇ ਕਰਦੇ ਹਾਂ, ਪਰ ਰੌਲਾ ਪਾ ਕੇ। ਤੇ ਬਾਬਾ ਈਸ਼ਰ ਸਿੰਘ ਜੀ ਕਿਹਾ ਕਰਦੇ ਸਨ, ਭਾਈ ਇਹ ਜਿਹੜਾ ਹਉਮੈ ਹੰਕਾਰ ਹੈ, ਇਹ ਇਉਂ ਹੈ ਜਿਵੇਂ ਅਸੀਂ ਖੇਤ ਨੂੰ ਪਾਣੀ ਦਿੱਤਾ, ਫਿਰ ਪੈਲੀ ਬੱਤਰ ਆਈ, ਫਿਰ ਉਹਨੂੰ ਵਾਹਿਆ, ਉਹਨੂੰ ਸਾਰੀ ਬਣਾ ਸਵਾਰ ਕੇ ਸਵਾਰੀ ਕਰ ਲਿਆ, ਤੇ ਜਦੋਂ ਅਨਮੋਲ ਬੀਜ ਬੀਜਣਾ ਹੋਵੇ ਨਾ, ਤੇ ਬਾਬਾ ਜੀ ਕਹਿੰਦੇ ਫਿਰ ਉਹਦਾ ਛੱਟਾ ਨਹੀਂ ਦੇਈਦਾ, ਉਹਦੇ ਉੱਤੇ ਥੋੜੀ ਜਿਹੀ ਮਿੱਟੀ ਪਾਈ ਦੀ ਵੀ ਜਾਨਵਰ ਪੰਛੀ ਨਾ ਚੁਗ ਜਾਣ। ਤੇ ਜਿਹੜਾ ਬੀਜ ਨੰਗਾ ਰਹਿ ਜੇ ਨਾ, ਉਹਦੇ ਉੱਗਣ ਦੀ ਕੋਈ ਮਨਿਆਦ ਨਹੀਂ ਹੁੰਦੀ, ਉੱਗਦਾ ਹੀ ਨਹੀਂ। ਜਾਂ ਉਹਦੇ ਧੁੱਪ ਨਾਲ ਦੋ ਫਾੜ ਹੋ ਜਾਵੇਗਾ, ਜਾਂ ਪੰਛੀ ਚਿੜੀਆਂ ਕਾਂ ਚੁਗ ਜਾਣਗੇ। ਜੇ ਬਾਬਾ ਜੀ ਕਿਆ ਕਰਦੇ ਸਨ, ਪੁੰਨ ਦਾਨ ਕੀਤਾ ਨਾ, ਗੁਰੂ ਨੇ ਕਿਰਪਾ ਕੀਤੀ, ਤੈਨੂੰ ਇਸ ਲਾਇਕ ਬਣਾਇਆ, ਤੇਰੀ ਸਮਰੱਥਾ ਹੋਈ, ਤੇਰੇ ਮਨ ਵਿੱਚ ਸ਼ੁਭ ਵਿਚਾਰ ਆਏ, ਪੁੰਨ ਦਾਨ ਕਰਨ ਲੱਗਾ ਹੈ, ਤੇ ਫਿਰ ਇਹਦੇ ਤੇ ਪਰਦਾ ਪਾ ਕੇ ਰੱਖਿਆ। ਬਾਬਾ ਜੀ ਨੇ ਕਿਹਾ ਕਰਨਾ, ਸੱਜਾ ਹੱਥ ਦਾਨ ਕਰੇ ਤੇ ਖੱਬੇ ਨੂੰ ਪਤਾ ਬਣਾ ਲੱਗੇ, ਉਹ ਦਾਨ ਫਲੀਭੂਤ ਹੁੰਦਾ ਹੈ, ਉਹ ਫਲਦਾ ਹੈ। ਤੇ ਜਿਹੜਾ ਰੌਲਾ ਪਾ ਕੇ ਕੀਤਾ ਜਾਵੇ, ਉਹ ਹੰਕਾਰ ਵਧਾਉਂਦਾ ਹੈ, ਹਉਮੈ ਦੇ ਚੱਕਰ ਵਿੱਚ ਫਸ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ ਹਉਮੈ ਦਾ, ਤੇ ਨਾਮ ਦਾ ਵਿਰੋਧ ਹੈ। ਦੋਨੋਂ ਇੱਕ ਹਿਰਦੇ ਵਿੱਚ ਨਹੀਂ ਵਸ ਸਕਦੇ, ਇੱਕ ਘਰ ਵਿੱਚ ਰਹਿ ਹੀ ਨਹੀਂ ਸਕਦੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਮੇਰੇ ਤੇ ਉਸ ਪਰਿਪੂਰਨ ਪਰਮਾਤਮਾ ਜੀ ਦੇ ਵਿੱਚ ਭੰਬੀਰੀ ਦੇ ਖੰਭ ਵਰਗਾ ਪੜਦਾ ਹੈ, ਬਸ ਉਹੀ ਸਾਡੇ ਵਿੱਚ ਦੂਰੀ ਹੈ, ਉਹ ਹੈ ਹੰਕਾਰ ਦਾ ਪੜਦਾ। ਤੇ ਗਰੀਬ ਨਵਾਜ ਅੱਗੇ ਕਹਿੰਦੇ ਹਨ ਕਿ ਜਦੋਂ ਇਸ ਜੀਵ ਰੂਪ ਇਸਤਰੀ ਨੇ ਅਰਦਾਸ ਕੀਤੀ, ਬੇਨਤੀ ਕੀਤੀ, ਕੁਰਲਾਇਆ, ਤਰਲੇ ਮਾਰੇ, ਮਿੰਨਤਾਂ ਕੀਤੀਆਂ ਨਾ, ਫਿਰ ਹੋਇਆ ਕਿ ਭਇਓ ਕਿਰਪਾਲ ਸਰਬ ਕੋ ਠਾਕਰ, ਸਗਰੋ ਦੁਖ ਮਿਟਾਇਓ। ਫਿਰ ਮੇਰਾ ਪਤੀ ਰੂਪ ਪਰਮਾਤਮਾ ਨਿਰੰਕਾਰ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆ ਗਿਆ, ਉਹਨੂੰ ਤਰਸ ਆ ਗਿਆ, ਦਇਆ ਆ ਗਈ ਮੇਰੇ ਤੇ। ਗੁਰੂ ਕਦੀ ਵੀ ਸਿੱਖ ਨੂੰ ਖਾਲੀ ਨਹੀਂ ਮੁੜਦਾ। ਗੁਰੂ ਦੇ ਘਰੋਂ ਕੋਈ ਸਿੱਖ ਖਾਲੀ ਨਹੀਂ ਮੁੜਦਾ, ਕੋਈ ਫਰਿਆਦੀ ਅੱਜ ਤੱਕ ਖਾਲੀ ਨਹੀਂ ਗਿਆ। ਕਾਰਨ ਇਹੀ ਹੈ ਕਿ ਗੁਰੂ ਸਦਾ ਦਿੰਦਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਦਿੰਦਾ ਹੈ। ਕੋਈ ਵਕਤ ਨਹੀਂ, ਕੋਈ ਸਮਾਂ ਨਹੀਂ, ਕੋਈ ਦਿਨ, ਕੋਈ ਥਿਤ, ਕੋਈ ਵਾਰ ਮੁਕਰਰ ਨਹੀਂ ਵੀ ਇਸ ਦਿਨ ਮਿਲਣਾ ਹੈ, ਜਦੋਂ ਮਰਜ਼ੀ ਆਓ। ਗੁਰੂ ਦੇ ਘਰੋਂ ਹਰ ਵਕਤ, ਹਰ ਸਮੇਂ, ਹਰ ਧਰਮ ਵਰਨ ਵਾਲੇ ਨੂੰ ਦਾਤਾਂ ਮਿਲਦੀਆਂ ਹਨ। ਪਰ ਲੋੜ ਹੈ ਸਾਨੂੰ ਇਹ ਸੋਚਣ ਦੀ ਵੀ ਅਸੀਂ ਗੁਰੂ ਕੋਲੋਂ ਮੰਗਦੇ ਕੀ ਹਾਂ। ਇੱਕ ਤੇ ਵਸਤੂਆਂ ਹਨ ਸੰਸਾਰੀ ਜਿਹੜੀਆਂ ਬਿਨਸਨਹਾਰੀਆਂ ਹਨ, ਉਹ ਬਿਨਸ ਜਾਣਦੀਆਂ, ਉਹ ਨਾਸਵੰਤ ਹਨ। ਇੱਕ ਹੈ ਨਾਮ, ਉਹ ਅਬਨਾਸੀ ਹੈ, ਕਦੀ ਨਹੀਂ ਬਿਨਸੇਗਾ।
ਤੇ ਨਾਮ ਰੂਪੀ ਧਨ ਜਿਹੜਾ ਹੈ ਨਾ, ਉਹ ਇਸ ਲੋਕ ਵਿੱਚ ਵੀ ਸਾਡੇ ਕੰਮ ਆਉਂਦਾ ਹੈ ਤੇ ਅੱਗੇ ਪ੍ਰਲੋਕ ਵਿੱਚ ਵੀ ਸਾਡੇ ਨਾਲ ਜਾਵੇਗਾ। ਸੰਸਾਰਕ ਵਸਤੂਆਂ, ਸੰਸਾਰਕ ਧਨ ਤੇ ਛਿਨ ਭੰਗਰ ਹੈ, ਇੱਥੇ ਨਸ਼ਟ ਹੋ ਜਾਵੇਗਾ। ਅੱਜ ਕਿਸੇ ਕੋਲ ਹੈ, ਕੱਲ ਨੂੰ ਮੇਰੇ ਕੋਲੇ ਹੋਵੇਗਾ, ਫਿਰ ਅਗਲੇ ਦਿਨ ਕਿਸੇ ਹੋਰ ਕੋਲੇ ਹੋਵੇਗਾ। ਤੇ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਇਹ ਜਿਹੜੀ ਮਾਇਆ ਹੈ ਨਾ, ਗੁਰੂ ਸਾਹਿਬ ਨੇ ਇਹਨੂੰ ਇਸਤਰੀ ਦਾ ਰੂਪ ਦਿੱਤਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਸ ਮਾਇਆ ਨੂੰ ਪਿਆਰ ਕਰਨ ਵਾਲਾ, ਇਕੱਤਰ ਕਰਨ ਵਾਲਾ ਜਦੋਂ ਪਤੀ ਮਰਦਾ ਹੈ ਨਾ, ਜਿਹੜਾ ਇਹਨੂੰ ਪਿਆਰ ਕਰਦਾ ਸੀਗਾ, ਸੰਭਾਲ ਰੱਖਦਾ ਸੀ, ਜਿੱਦਣ ਉਹ ਮਰ ਗਿਆ ਉਸ ਦਿਨ ਇਹ ਇਸਤਰੀ ਰੋਂਦੀ ਨਹੀਂ। ਕਾਰਨ ਗੁਰੂ ਸਾਹਿਬ ਕਹਿਣ ਲੱਗੇ ਅੱਜ ਇੱਕ ਪਤੀ ਮਰ ਗਿਆ, ਦੂਜਾ ਤਿਆਰ ਖੜਾ ਹੈ। ਗੁਰੂ ਸਾਹਿਬ ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ। ਇਸ ਮਾਇਆ ਦਾ ਪਤੀ ਮਰ ਗਿਆ, ਭਾਵ ਉਹ ਖਸਮ ਮਰ ਗਿਆ, ਜਿਹਨੇ ਇਕੱਤਰ ਕੀਤੀ ਸੀ, ਜੋੜ ਰੱਖੀ ਸੀ, ਉਹ ਮਰ ਗਿਆ। ਇਹ ਮਾਇਆ ਰੂਪੀ ਪਤਨੀ ਰੋਈ ਨਹੀਂ। ਕਾਰਨ ਇਹ ਵੀ ਇਹਨੂੰ ਤੇ ਸੰਭਾਲਣ ਵਾਲੇ ਹੋਰ ਚਾਰ ਖੜੇ ਹਨ। ਕਾਰਨ ਇਹੀ ਹੈ ਇਹ ਬਿਨਸਨਹਾਰੀ ਨਾਲ ਨਹੀਂ ਜਾਵੇਗੀ। ਤੇ ਜਿਹੜੇ ਧਨ ਨੇ, ਜਿਹੜੇ ਉਸ ਪਰਿਪੂਰਨ ਪਰਮਾਤਮਾ ਜੀ ਦੇ ਨਾਮ ਨੇ ਨਾਲ ਜਾਣਾ, ਉਹ ਹੈ ਗੁਰੂ ਦਾ ਸਿਮਰਨ, ਗੁਰੂ ਦੀ ਸਿਫਤ ਸਲਾਹ। ਜਦੋਂ ਗੁਰੂ ਕੋਲੋਂ ਉਹ ਮੰਗਾਂਗੇ ਨਾ ਤੇ ਫਿਰ ਗੁਰੂ ਸਦਾ ਦਿਆਲੂ। ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ। ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਤੋ ਦਿਆਲ ਬੀਠ ਲੋ ਪਾਇਓ। ਜਦੋਂ ਗੁਰੂ ਰੂਪੀ ਪਤੀ ਮੇਰੇ ਤੇ ਦਿਆਲ ਹੋ ਗਿਆ, ਉਹਨੂੰ ਤਰਸਾਇਆ ਨਾ, ਫਿਰ ਗੁਰੂ ਨੇ ਹਉਮੈ ਦੀ ਭੀਤ, ਜਿਹੜੀ ਹਉਮੈ ਦੀ ਕੰਧ ਸੀ ਨਾ ਮੇਰੇ ਤੇ, ਉਸ ਪਤੀ ਰੂਪ ਪ੍ਰਮਾਤਮਾ ਦੇ ਵਿਚਾਲੇ ਹਉਮੈ ਰੂਪੀ ਕੰਧ ਆਈ ਸੀ, ਉਹ ਤੋੜ ਦਿੱਤੀ, ਉਹ ਢਾਹ ਦਿੱਤੀ ਗੁਰੂ ਰੂਪ ਪਤੀ ਨੇ, ਤੇ ਮੈਨੂੰ ਆਪਣੇ ਨਾਲ ਮਿਲਾ ਲਿਆ। ਕਹੋ ਨਾਨਕ ਹਉਮੈ ਭੀਤ ਗੁਰ ਖੋਈ, ਤੋ ਦਿਆਲ ਬੀਠ ਲੋ ਪਾਇਓ। ਤੇ ਗੁਰੂ ਸਾਹਿਬ ਅੱਗੇ ਕਿਰਪਾ ਕਰਦੇ ਹਨ ਕਿ ਸਭ ਰਹਿਓ ਅੰਦੇਸਰੋ ਮਾਇਓ। ਹੁਣ ਮੇਰੇ ਜਿੰਨੇ ਵੀ ਸੰਸ਼ੇ ਸੀ ਨਾ, ਜਿੰਨੀ ਮੇਰੀ ਚਿੰਤਾ ਸੀ, ਫਿਕਰ ਸੀ, ਸਾਰੀ ਦੂਰ ਹੋ ਗਈ। ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਣਾ ਨਿਧ ਰਾਇਓ। ਗੁਰੂ ਸਾਹਿਬ ਕਹਿੰਦੇ ਜੋ ਮੈਂ ਚਾਹਿਆ ਸੀ, ਚਾਹਿਆ ਕੀ ਸੀ ਕਿ ਮੇਰਾ ਤੇ ਉਸ ਪਤੀ ਪਰਮਾਤਮਾ ਨਿਰੰਕਾਰ ਦਾ ਮਿਲਾਪ ਹੋ ਜਾਵੇ। ਇਹ ਜੀਵ ਰੂਪ ਇਸਤਰੀ ਦਾ ਵਿਛੜੀ ਹੋਈ ਦਾ ਉਸ ਪ੍ਰਮਾਤਮਾ ਰੂਪ ਪਤੀ ਦੇ ਨਾਲ ਮਿਲਾਪ ਹੋ ਜਾਵੇ। ਗੁਰੂ ਸਾਹਿਬ ਕਹਿੰਦੇ ਅੱਜ ਮੈਂ ਜੋ ਚਾਹਿਆ ਸੀ ਉਹ ਹੋ ਗਿਆ। ਗੁਰੂ ਨੇ ਹਉਮੈ ਦੀ ਕੰਧ ਤੋੜ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ। ਗੁਰੂ ਦਿਆਲੂ ਹੈ, ਗੁਰੂ ਹਮੇਸ਼ਾ ਬਖਸ਼ਿਸ਼ ਕਰਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਹੁਤ ਕਿਰਪਾ ਕਰਦਿਆਂ ਹੋਇਆਂ ਭਾਈ ਸਾਹਿਬ ਕਹਿੰਦੇ ਹਨ ਕਿ ਜਿਸ ਤਰ੍ਹਾਂ ਕੋਈ ਬੰਦਾ ਇਹ ਸੋਚ ਲਵੇ ਵੀ ਗੁਰੂ ਕਿਵੇਂ ਕਿਰਪਾ ਕਰਦਾ ਹੈ, ਕਈ ਵਾਰ ਮਨ ਵਿੱਚ ਇਹ ਸੰਸਾ ਆ ਜਾਂਦਾ ਹੈ ਕਿ ਗੁਰੂ ਹਰ ਇੱਕ ਤੇ ਕਿਰਪਾ ਕਰਦਾ ਹੈ ਕਿ ਜਾਂ ਨਾਮ ਜਪਣ ਵਾਲਿਆਂ, ਸੇਵਾ ਸਿਮਰਨ ਵਾਲਿਆਂ ਤੇ ਹੀ ਦਇਆ ਕਰਦਾ ਹੈ। ਤੇ ਭਾਈ ਸਾਹਿਬ ਜੀ ਬਹੁਤ ਸੋਹਣੀ ਉਦਾਹਰਨ ਦੇ ਕੇ ਕਹਿੰਦੇ ਹਨ, ਸੰਸਾਰ ਗੱਲਾਂ ਦੇ ਉਦਾਹਰਨ, ਕਿਉਂਕਿ ਭਾਈ ਗੁਰਦਾਸ ਜੀ ਦੀ ਜਿੰਨੀ ਵੀ ਰਚਨਾ ਹੈ ਨਾ, ਆਪਣੀ ਇਉਂ ਕਹਿ ਲਈਏ ਵੀ ਜਿਹੜੀ ਪੰਜਾਬ ਦੀ ਬੋਲੀ ਹੈ ਨਾ, ਜਾਂ ਪੇਂਡੂ ਬੋਲੀ ਕਹਿ ਲਈਏ, ਭਾਈ ਸਾਹਿਬ ਜੀ ਦੀ ਸਾਰੀ ਰਚਨਾ ਕੇਵਲ ਉਹਦੇ ਵਿੱਚ ਹੈ। ਬਹੁਤਾਤ ਗਿਣਤੀ ਵਿੱਚ ਭਾਈ ਸਾਹਿਬ ਜੀ ਨੇ ਸ਼ੁੱਧ ਪੰਜਾਬੀ ਉਚਾਰਨ ਕੀਤੀ ਹੈ। ਭਾਈ ਸਾਹਿਬ ਉਦਾਹਰਨ ਦਿੰਦਿਆਂ ਕਹਿੰਦੇ ਹਨ ਕਿ ਜਿਵੇਂ ਇੱਕ ਛੋਟਾ ਜਿਹਾ ਬੱਚਾ ਹੈ ਗਾਂ ਦਾ, ਉਹਨੂੰ ਸੋਝੀ ਨਹੀਂ, ਤੇ ਉਹ ਭੁਲੇਖੇ ਨਾਲ ਦੂਸਰੀ ਗਾਂ ਦੇ ਥੱਲੇ ਜਾ ਪਿਆ ਦੁੱਧ ਚੁੰਘਣ ਵਾਸਤੇ। ਉਸ ਗਾਂ ਨੇ ਦੁੱਧ ਤੇ ਨਹੀਂ ਢੰਗਾਇਆ, ਉਲਟੀਆਂ ਲੱਤਾਂ ਪੈ ਗਈਆਂ, ਛੜਾਂ ਪੈ ਗਈਆਂ, ਤੇ ਉਹ ਭੁੱਲਿਆ ਹੋਇਆ ਜਿਹੜਾ ਬੱਚਾ ਸੀ ਨਾ, ਬੱਚਾ ਛੋਟਾ ਜਿਹਾ, ਭਾਈ ਸਾਹਿਬ ਕਹਿੰਦੇ ਉਹ ਜਦੋਂ ਭੁੱਲਿਆ ਭੁਲੇਖੇ ਨਾਲ ਫਿਰ ਆਪਣੀ ਮਾਂ ਕੋਲ ਆਇਆ ਨਾ, ਤੇ ਮਾਂ ਨੇ ਫਿਰ ਲਾਡ ਪਿਆਰ ਕੀਤਾ, ਉਹਨੂੰ ਬੜਾ ਪਿਆਰ ਕੀਤਾ ਤੇ ਦੁੱਧ ਚੁੰਘਾਇਆ। ਇਹ ਸੰਸਾਰ ਉਦਾਹਰਨ ਹੈ ਤੇ ਇਸ ਗੱਲ ਨੂੰ ਆਪਾਂ ਸਾਰੇ ਮੰਨਦੇ ਹਾਂ, ਦੇਖਦੇ ਹੋਵਾਂਗੇ, ਆਪਣੇ ਵੇਖਣ ਵਿੱਚ ਬਹੁਤਾਤ ਵਿੱਚ ਆਉਂਦੀ ਹੈ। ਭਾਈ ਸਾਹਿਬ ਜੀ ਕਹਿੰਦੇ ਹਨ ਕਿ ਜੈਸੇ ਭੂਲ ਬਛੜਾ ਪਰਤ ਆਣ ਗਾਏ ਥਨ, ਵੱਛਾ ਭੁੱਲ ਕੇ ਦੂਸਰੀ ਗਾਂ ਦੇ ਥਣਾ ਨੂੰ ਜਾ ਪਿਆ,
ਭਾਈ ਸਾਹਿਬ ਕਹਿੰਦੇ ਜੈਸੇ ਭੂਲ ਬਛੜਾ ਪਰਤ ਆਣ ਗਾਏ ਥਨ, ਬਹੁਰੋਂ ਮਿਲਤ ਮਾਤ ਬਾਤ ਨਾ ਸੰਭਾਰ ਹੈ। ਕਿਤੇ ਮਾਂ ਨੇ ਇਹ ਨਹੀਂ ਕਿਹਾ ਕਿ ਪਹਿਲਾਂ ਦੂਜੀ ਗਾਂ ਕੋਲੇ ਕੀ ਲੈਣ ਗਿਆ ਸੀਗਾ, ਹੁਣ ਮੇਰੇ ਕੋਲ ਕੀ ਲੈਣ ਆਇਆ ਹੈ। ਨਹੀਂ, ਭਾਈ ਸਾਹਿਬ ਕਹਿੰਦੇ ਉਹ ਮਨ ਵਿੱਚ ਚਿਤਾਰਦੀ ਨਹੀਂ, ਉਲਟਾ ਪਿਆਰ ਕਰਦੀ ਹੈ ਬੱਚੇ ਨੂੰ ਤੇ ਦੁੱਧ ਚੁਗਾਉਂਦੀ ਹੈ। ਇਹ ਸੰਸਾਰਕ ਉਦਾਹਰਨ ਹੈ। ਤੇ ਦੂਜੀ ਉਦਾਹਰਨ ਭਾਈ ਸਾਹਿਬ ਦਿੰਦੇ ਹਨ। ਭਾਈ ਸਾਹਿਬ ਕਹਿੰਦੇ ਹਨ ਕਿ ਹੰਸ ਜਿਹੜਾ ਹੈ, ਹੰਸ ਦੀ ਖੁਰਾਕ ਹੈ ਹੀਰੇ ਮੋਤੀ, ਉਹ ਮਿਲਦੇ ਹਨ ਮਾਨ ਸਰੋਵਰ ਦੇ। ਤੇ ਭਾਈ ਸਾਹਿਬ ਕਹਿੰਦੇ ਜੇ ਕਿਤੇ ਹੰਸ ਭੁੱਲ ਕੇ ਮਾਨ ਸਰੋਵਰ ਦੀ ਥਾਂ ਤੇ ਕਿਸੇ ਛੱਪੜ ਤੇ ਚਲੇ ਜਾਵੇ, ਦਰਿਆ ਦੇ ਬੰਨੇ ਤੇ ਚਲਿਆ ਜਾਵੇ, ਤੇ ਉੱਥੇ ਉਹਨੂੰ ਹੀਰੇ ਜਵਾਹਰਾਤ ਨਹੀਂ ਨਾ ਮਿਲਣੇ, ਉਹਦੀ ਖੁਰਾਕ ਮਿਲਣੀ ਨਹੀਂ ਉੱਥੇ ਉਹਨੂੰ। ਭਾਈ ਸਾਹਿਬ ਕਹਿੰਦੇ ਉੱਥੇ ਉਹਨੂੰ ਡੱਡੀਆਂ ਮੱਛੀਆਂ ਮਿਲਣੀਆਂ, ਉਹਦੀ ਖੁਰਾਕ ਹੀ ਨਹੀਂ। ਤੇ ਭਾਈ ਸਾਹਿਬ ਕਹਿੰਦੇ ਫਿਰ ਜਦੋਂ ਹੰਸ ਸੋਚੇ ਵੀ ਇਹ ਤੇ ਮੈਂ ਕਿਤੇ ਹੋਰ ਆ ਗਿਆ, ਮਾਨ ਸਰੋਵਰ ਤੇ ਕਿਤੇ ਹੋਰ ਹੈ, ਫਿਰ ਉੱਥੋਂ ਉਡਾਰੀ ਮਾਰ ਕੇ ਮਾਨ ਸਰੋਵਰ ਤੇ ਆਵੇ ਨਾ, ਤੇ ਮਾਨ ਸਰੋਵਰ ਨੇ ਕਦੀ ਇਹ ਨਹੀਂ ਕਿਹਾ ਵੀ ਜਾ ਵਾਪਸ ਪਰਤ ਜਾ, ਜਿੱਥੋਂ ਤੈਨੂੰ ਲੱਭਦੇ ਹੀਰੇ ਮੋਤੀ ਉੱਥੇ ਖਾ ਕੇ ਆਈ, ਮੇਰੇ ਕੋਲੇ ਕੀ ਲੈਣਾ ਆ। ਭਾਈ ਸਾਹਿਬ ਕਹਿੰਦੇ ਮਾਨ ਸਰੋਵਰ ਨੇ ਕਦੀ ਚਿਤਾਰਿਆ ਨਹੀਂ। ਹੰਸ ਆਏ ਨੂੰ ਜਿਉ ਆਇਆ ਕਹਿੰਦਾ ਹੈ, ਤੇ ਜੋ ਉਹਦੀ ਖੁਰਾਕ ਹੈ ਨਾ ਹੀਰੇ ਮੋਤੀ। ਹੁਣ ਭਾਈ ਸਾਹਿਬ ਜੀ ਸੰਸਾਰਕ ਉਦਾਹਰਨਾਂ ਦਿੰਦੇ ਹਨ, ਪਰ ਇਹਦਾ ਪਰਮਾਰਥ ਦੀ ਵੀ ਉਦਾਹਰਨ ਹੈ। ਜੇ ਪਹਿਲੀ ਉਦਾਹਰਨ ਭਾਈ ਸਾਹਿਬ ਨੇ ਗਾਂ ਤੇ ਬੱਚੇ ਦੀ ਦਿੱਤੀ ਨਾ, ਤੇ ਉਹ ਵੀ ਸਾਡੇ ਤੇ ਤੁਹਾਡੇ ਤੇ ਲਾਗੂ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਹਨ ਜੇਕਰ ਸਿੱਖ ਗੁਰੂ ਨੂੰ ਛੱਡ ਕੇ, ਨਿਰੰਕਾਰ ਵਾਹਿਗੁਰੂ ਜੀ ਨੂੰ ਛੱਡ ਕੇ ਹੋਰ ਭੁੱਲਿਆ ਭਟਕਿਆਂ ਦੇਵੀ ਦੇਵਤਿਆਂ ਮੜੀ ਮਸਾਣੀਆਂ ਤੇ ਜਾਣਾ ਸ਼ੁਰੂ ਕਰ ਦੇਵੇ, ਤੇ ਕੋਈ ਸਮਾਂ ਪਾ ਕੇ ਉਹਨੂੰ ਸੋਝੀ ਆ ਜਾਵੇ। ਕਿਉਂਕਿ ਆਮ ਜੀ ਪੰਜਾਬੀ ਦੀ ਕਹਾਵਤ ਹੈ ਕਿ ਜੇ ਸਵੇਰ ਦਾ ਭੁੱਲਿਆ ਹੋਇਆ ਸ਼ਾਮਾਂ ਨੂੰ ਘਰ ਪਰਤਾਵੇ ਨਾ, ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਤੇ ਭਾਈ ਸਾਹਿਬ ਕਹਿੰਦੇ ਜੇ ਇਨਸਾਨ ਭੁੱਲ ਭਟਕੇ ਕਿਤੇ ਗਲਤ ਰਸਤੇ ਪੈ ਗਿਆ, ਫਿਰ ਸੋਝੀ ਆਈ ਤੇ ਸਿੱਧੇ ਰਸਤੇ ਆਇਆ, ਤੇ ਗੁਰੂ ਕਦੀ ਇਹ ਨਹੀਂ ਕਹਿੰਦਾ ਵੀ ਹੁਣ ਮੇਰੇ ਕੋਲੇ ਕਿਉਂ ਆਇਆ ਹੈ। ਗੁਰੂ ਕਹਿੰਦਾ ਆ ਜਾ, ਜਦੋਂ ਵੀ ਆਇਆ ਨਾ ਭਲਾ ਹੈ ਤੇਰੇ ਆਏ, ਦੱਸ ਤੈਨੂੰ ਕੀ ਚਾਹੀਦਾ ਹੈ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਘਰ ਇਹੋ ਜਿਹਾ ਹੈ ਕਿ ਜਿਹੜਾ ਗੁਰੂ ਸਾਹਿਬ ਦੇ ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੇ ਮਾਰਗ ਪਾਵੇ। ਗੁਰੂ ਪਿਛਲੇ ਔਗਣ ਬਖਸ਼ ਲੈਂਦਾ, ਜੋ ਵੀ ਕੀਤੇ ਅਸੀਂ ਉਹ ਚਿਤਾਰਦਾ ਹੀ ਨਹੀਂ, ਤੇ ਅੱਗੇ ਵਾਸਤੇ ਰਸਤਾ ਦਿਖਾਉਂਦਾ ਵੀ ਸਿੱਖਾ ਹੁਣ ਆਹ ਸਿੱਧਾ ਰਸਤਾ ਹੀ, ਇਸ ਰਸਤੇ ਚੱਲੀ। ਤੇ ਹੁਣ ਭਾਈ ਸਾਹਿਬ ਦੂਜੀ ਉਦਾਹਰਨ ਦਿੰਦੇ ਵੀ ਜਿਵੇਂ ਹੰਸ ਹੈ, ਹੰਸ ਤੋਂ ਭਾਈ ਸਾਹਿਬ ਦੇ ਕਹਿਣ ਦਾ ਮਤਲਬ ਹੈ ਗੁਰਮੁਖ ਗੁਰਸਿੱਖ, ਗੁਰੂ ਨੂੰ ਮੰਨਣ ਵਾਲਾ, ਗੁਰੂ ਦਾ ਅਨੁਯਾਈ। ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਕਿ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਆਵੇ। ਜਿਹੜਾ ਹੰਸ ਹੈ ਨਾ, ਉਹਦੀ ਖੁਰਾਕ ਹੈ ਹੀਰੇ ਮੋਤੀ, ਤੇ ਬਗਲੇ ਦੀ ਖੁਰਾਕ ਹੈ ਡੱਡੀਆਂ ਤੇ ਮੱਛੀਆਂ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰੂ ਦਾ ਘਰ ਹੈ ਮਾਨ ਸਰੋਵਰ, ਤੇ ਸਿੱਖ ਰੂਪੀ ਹੰਸ ਇੱਥੇ ਇਕੱਤਰ ਹੋਏ ਹਨ। ਗੁਰੂ ਦੀ ਬਾਣੀ, ਗੁਰੂ ਦੇ ਸ਼ਬਦ ਰੂਪੀ ਹੀਰੇ ਜਵਾਹਰਾਤ ਨੂੰ ਚੁਣ ਚੁਣ ਕੇ ਖਾਂਦੇ ਹਨ। ਤੇ ਜਿਹੜੇ ਹਨ ਮਨਮੁਖ, ਉਹ ਹਨ ਬਗਲਿਆਂ ਦੀ ਨਿਆਈ। ਉਹਨਾਂ ਨੂੰ ਹਉਮੈ ਹੰਕਾਰ ਨਿੰਦਾ ਚੁਗਲੀ ਰੂਪੀ ਡੱਡੀਆਂ ਮੱਛੀਆਂ ਚਾਹੀਦੀਆਂ ਹਨ, ਉਹ ਇੱਥੇ ਹੈ ਨਹੀਂ, ਇਸ ਕਰਕੇ ਇੱਥੇ ਆਉਂਦੇ ਹੀ ਨਹੀਂ। ਤੇ ਭਾਈ ਸਾਹਿਬ ਕਹਿੰਦੇ ਜੇ ਕਿਤੇ ਗੁਰੂ ਦਾ ਸਿੱਖ, ਗੁਰੂ ਨੂੰ ਮੰਨਣ ਵਾਲਾ ਭੁਲੇਖੇ ਨਾਲ ਕਿਤੇ ਹੋਰ ਚਲਿਆ ਜਾਵੇ ਨਾ, ਭਾਵ ਭੁੱਲ ਜਾਵੇ, ਕੋਈ ਕਰਮਾਂ ਦਾ ਗੇੜ ਇਹੋ ਜਿਹਾ ਆ ਜਾਏ ਵੀ ਸਿੱਖ ਗੁਰੂ ਤੋਂ ਨਿਮੁਖਰ ਹੋ ਕੇ ਕਿਸੇ ਮੜੀ ਮਸਾਣੀ ਅਧੂਰੇ ਦੇ ਲੜ ਲੱਗ ਜਾਵੇ ਜਾ ਕੇ, ਤੇ ਸਮਾਂ ਪਾ ਕੇ ਯਾਦ ਆਵੇ ਵੀ ਨਹੀਂ, ਜੋ ਮਿਹਰ, ਜੋ ਰਹਿਮਤ, ਜੋ ਕਿਰਪਾ ਮੇਰੇ ਤੇ ਗੁਰੂ ਕਰਦਾ ਹੈ ਨਾ, ਉਹਦੇ ਇੱਥੇ ਹੈ ਹੀ ਨਹੀਂ, ਤੇ ਵਾਪਸ ਆ ਜਾਵੇ ਤੇ ਗੁਰੂ ਇਹ ਨਹੀਂ ਕਹਿੰਦਾ ਵੀ ਹੁਣ ਕਿਉਂ ਆਇਆ। ਭਾਈ ਸਾਹਿਬ ਕਹਿੰਦੇ ਹਨ ਜੈਸੇ ਆਨ ਸਰ ਭਰਮ ਆਵੇ ਮਾਨ ਸਰ ਹੰਸ। ਹੰਸ ਹੋਰ ਕਿਤੇ ਭੁੱਲਾ ਭਟਕਾ ਧੱਕੇ ਖਾ ਕੇ ਵਾਪਸ ਮਾਨ ਸਰੋਵਰ ਤੇ ਆ ਗਿਆ, ਤੇ ਭਾਈ ਸਾਹਿਬ ਕਹਿੰਦੇ ਨੇ ਦੇਖ ਮੁਕਤਾ ਅਮੋਲ ਦੇਖ ਨਾ ਵਿਚਾਰ ਹੈ। ਫਿਰ ਉਹ ਮਾਨ ਸਰੋਵਰ ਉਸ ਹੰਸ ਨੂੰ ਅਨਮੋਲ ਰਤਨ ਦਿੰਦਾ ਹੈ ਖਾਣ ਵਾਸਤੇ ਵੀ ਭੁੱਖ ਮਿਟਾ ਲੈ। ਉਹਦੇ ਔਗਣ, ਉਹਦੀ ਅਵਗਿਆ ਮਨ ਵਿੱਚ ਨਹੀਂ ਚਿਤਾਰਦਾ।
ਇਵੇਂ ਹੀ ਸਮਰੱਥ ਗੁਰੂ ਹੈ। ਸਿੱਖ ਇੱਕ ਵਾਰ ਆ ਕੇ ਕਵੇ, ਧੰਨ ਧੰਨ ਬਾਬਾ ਨੰਦ ਸਿੰਘ ਜੀ ਕਿਹਾ ਕਰਦੇ ਸਨ, ਭਾਈ ਸਿੱਖ ਦੇ ਢਹਿਣ ਵਿੱਚ ਦੇਰੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ਣ ਵਿੱਚ ਕੋਈ ਟਾਈਮ ਨਹੀਂ ਲੱਗਦਾ। ਗੁਰੂ ਨਾਨਕ ਸਾਹਿਬ ਜੀ ਦੇ ਦੋਨੋਂ ਬਾਹਾਂ ਖੋਲ ਕੇ ਬੈਠੇ ਹਨ ਵੀ ਸਿੱਖਾ ਆ ਜਾ, ਤੇਰਾ ਸਵਾਗਤ ਹੈ, ਆ ਕੇ ਮੇਰੀ ਗੋਦੀ ਵਿੱਚ ਬੈਠ। ਅਸੀਂ ਬੈਠਣਾ ਹੀ ਨਹੀਂ ਚਾਹੁੰਦੇ। ਉਹ ਗੱਲ ਵੱਖਰੀ ਹੈ, ਸਾਡੇ ਉਹ ਕਰਮ ਹੀ ਨਹੀਂ, ਸਾਡੇ ਉਹ ਪੁੰਨ ਹੀ ਨਹੀਂ, ਸਾਡੀ ਉਹ ਸੋਚ, ਸਾਡੀ ਉਹਦੀ ਸਮਰੱਥਾ ਹੀ ਨਹੀਂ ਹੈ। ਤੇ ਭਾਈ ਸਾਹਿਬ ਜੀ ਤੀਜੀ ਉਦਾਹਰਨ ਦਿੰਦੇ ਹਨ। ਭਾਈ ਸਾਹਿਬ ਕਹਿੰਦੇ ਜਿਵੇਂ ਕਿਸੇ ਰਾਜੇ ਦਾ ਕੋਈ ਸੇਵਕ ਹੋਵੇ ਤੇ ਕਿਸੇ ਕਾਰਨ ਕਰਕੇ ਰਾਜੇ ਨੂੰ ਛੱਡ ਕੇ ਕਿਸੇ ਹੋਰ ਦੇ ਜਾ ਕੇ ਨੌਕਰ ਹੋ ਜਾਵੇ, ਸ਼ਾਹੂਕਾਰ ਦਾ, ਨਾ ਤੇ ਉੱਥੇ ਉਹਨੂੰ ਉਨੀ ਇੱਜ਼ਤ ਮਾਣ ਮਿਲਣੀ ਹੈ, ਨਾ ਉਹ ਸੁੱਖ ਸੁਵਿਧਾ ਮਿਲਣੀ ਹੈ। ਤੇ ਫਿਰ ਸਮਾਂ ਪਾ ਕੇ ਆਪਣੀ ਮਨ ਦੀ ਗਲਤੀ ਨੂੰ ਚਿਤਾਰ ਕੇ, ਸੋਚ ਕੇ, ਵਿਚਾਰ ਕੇ ਵਾਪਸ ਪਰਤ ਆਵੇ ਨਾ, ਤੇ ਆ ਕੇ ਮਾਫੀ ਮੰਗ ਲਵੇ। ਤੇ ਭਾਈ ਸਾਹਿਬ ਕਹਿੰਦੇ ਰਾਜਾ ਇੱਕ ਦੁਨੀਆਦਾਰ ਹੈ, ਉਹ ਮਾਫ ਕਰ ਦਿੰਦਾ ਹੈ ਤੇ ਫਿਰ ਆਪਣੇ ਕੋਲ ਉਹਨੂੰ ਸੇਵਕ ਰੱਖ ਲੈਂਦਾ ਹੈ। ਭਾਈ ਸਾਹਿਬ ਕਹਿੰਦੇ ਜੀ ਇੱਕ ਦੁਨੀਆ ਦਾ ਆਮ ਇਨਸਾਨ ਇੱਕ ਮਾਫੀ ਮੰਗਣ ਵਾਲੇ ਇਨਸਾਨ ਨੂੰ ਖਿਮਾ ਕਰ ਸਕਦਾ ਹੈ, ਮਾਫੀ ਦੇ ਸਕਦਾ, ਉਹਦੀ ਗਲਤੀ ਨੂੰ ਮਾਫ ਕਰ ਸਕਦਾ, ਚਿਤਾਰਦਾ ਨਹੀਂ। ਤੇ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ, ਸਾਰੀ ਦੁਨੀਆ ਦਾ ਰਾਜਾ ਹੈ, ਇਹ ਇਨਸਾਨ ਜੇ ਆਪਣੀ ਭੁੱਲ ਮੰਗ ਲਵੇ, ਆ ਕੇ ਅਰਦਾਸ ਕਰੇ ਗਰੀਬ ਨਵਾਜ਼, ਮੈਨੂੰ ਸਮਝ ਨਹੀਂ, ਮੇਰੀ ਉਨੀ ਅਕਲ ਨਹੀਂ, ਮੈਨੂੰ ਬੁੱਧ ਨਹੀਂ, ਉਨੀ ਮੇਰੇ ਵਿੱਚ ਸਿਆਣਪ ਨਹੀਂ ਕਿ ਮੈਂ ਕੀ ਚੰਗਾ ਹੈ ਕੀ ਮਾੜਾ ਹੈ, ਪਰ ਮੈਂ ਤੇਰੇ ਤੋਂ ਦੂਰ ਹੋ ਗਿਆ, ਤੇਰੇ ਸਿਮਰਨ ਤੋਂ, ਤੇਰੀ ਬਾਣੀ ਤੋਂ, ਤੇਰੇ ਘਰ ਤੋਂ, ਤੇਰੀ ਨਿਤਨੇਮ ਤੋਂ ਮੈਂ ਦੂਰ ਹੋ ਗਿਆ, ਆਪਣੇ ਕਰਮਾਂ ਕਰਕੇ, ਆਪਣੇ ਕਰਤੂਤਾਂ ਕਰਕੇ। ਤਾਂ ਹੀ ਤੇ ਪੰਚਮ ਪਾਤਸ਼ਾਹ ਜੀ ਨੇ ਕਿਹਾ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦੈ ਜਿਸ ਭਰਮੇ ਥਕ ਆਏ, ਪ੍ਰਭ ਕੀ ਸਾਮ। ਗੁਰੂ ਸਾਹਿਬ ਕਹਿੰਦੇ ਹਨ, ਮੈਂ ਆਪਣੇ ਆਪ ਕਰਮਾਂ ਕਰਕੇ, ਆਪਣੀ ਕਰਤੂਤ ਕਰਕੇ ਤੇਰੇ ਤੋਂ ਵਿਛੜ ਗਿਆ, ਤੁਸੀਂ ਕਿਰਪਾ ਕਰਕੇ ਮੈਨੂੰ, ਮੈਂ ਚਾਰੇ ਕੁੰਡਾਂ ਘੁੰਮ ਕੇ ਫਿਰ ਕੇ ਧੱਕੇ ਖਾ ਕੇ ਤੇਰੀ ਸ਼ਰਨ ਆਇਆ ਤੇ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਖਸ਼ ਲੈਣਾ, ਕਿਉਂਕਿ ਗੁਰੂ ਦਾ ਸੁਭਾਅ ਹੈ, ਉਹਦਾ ਬਿਰਧ ਹੈ, ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ, ਇਹ ਉਹਦੀ ਆਦਤ ਹੈ, ਉਹਦਾ ਸੁਭਾਅ ਹੈ ਉਹਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਜੈਸੇ ਨਿਰਭ ਸੇਵਕ ਜੋ ਆਨ ਦਵਾਰ ਹਾਰ ਆਵੈ, ਚੌਗੁਣੋਂ ਵਢਾਵੈ ਨਾ ਅਵਗਿਆ ਉਰਧਾਰ ਹੈ। ਉਹ ਰਾਜਾ ਉਸ ਭੁੱਲੇ ਹੋਏ ਸੇਵਕ ਨੂੰ ਫੇਰ ਦੁਬਾਰਾ ਆਪਣੇ ਕੋਲ ਰੱਖ ਲੈਂਦਾ, ਉਹਦੀ ਅਵਗਿਆ, ਉਹਦੀ ਗਲਤੀ ਨੂੰ ਚਿਤਾਰਦਾ ਨਹੀਂ, ਸੋਚਦਾ ਨਹੀਂ। ਇਹ ਉਦਾਹਰਨਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਸਿੱਖਾ ਜੇ ਦੁਨਿਆਵੀ ਉਦਾਹਰਨਾਂ ਇਵੇਂ ਹੋ ਸਕਦੀਆਂ ਹਨ, ਇੱਕ ਗਾਂ ਆਪਣੇ ਬਛੜੇ ਦਾ, ਆਪਣੇ ਬੱਚੇ ਦਾ ਔਗਣ ਅਵਗਿਆ ਨਹੀਂ ਵਿਚਾਰਦਾ, ਇੱਕ ਮਾਨ ਸਰੋਵਰ ਹੰਸ ਨੂੰ ਅਵਗਿਆ ਕਰਕੇ ਦੂਰ ਨਹੀਂ ਕਰਦਾ, ਇੱਕ ਰਾਜਾ ਇੱਕ ਸੇਵਕ ਨੂੰ ਮਾਫੀ ਮੰਗਣ ਤੋਂ ਬਾਅਦ ਮਾਫ ਕਰ ਸਕਦਾ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਉਹ ਸਤਿਗੁਰੂ, ਉਹ ਨਿਰੰਕਾਰ, ਉਹ ਪਰਿਪੂਰਨ ਪਰਮਾਤਮਾ, ਸਾਰੀ ਦੀਨ ਦੁਨੀਆ ਦਾ ਮਾਲਕ ਹੈ। ਭਾਈ ਸਾਹਿਬ ਕਹਿੰਦੇ ਹਨ, ਜੇ ਸਿੱਖ ਭੁੱਲ ਵੀ ਜਾਵੇ, ਸਿੱਖ ਔਗਣ ਵੀ ਕਰ ਲਵੇ, ਗਲਤੀਆਂ ਵੀ ਕਰ ਲਵੇ, ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਇਹ ਲਾਜ਼ਮੀ ਹੈ। ਕਿਉਂਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਜੇ ਅਸੀਂ ਗੁਰੂ ਦੀ ਸ਼ਰਨ ਵਿੱਚ ਅੱਜ ਆ ਜਾਈਏ ਨਾ, ਤੇ ਗੁਰੂ ਸਾਡੇ ਪਿਛਲੇ ਇਹ ਨਹੀਂ ਵੀ ਜਿਹੜੇ ਅਸੀਂ ਸੋਚ ਵਿਚਾਰ ਕੇ ਔਗਣ ਕੀਤੇ, ਗਲਤੀਆਂ ਕੀਤੀਆਂ, ਜਿਹੜੀ ਸਾਡੀ ਸੋਚ ਵਿੱਚ ਵੀ ਨਹੀਂ, ਅਣਜਾਣਪੁਣੇ ਵਿੱਚ ਵੀ ਹੋ ਗਈਆਂ, ਹੋ ਸਕਦਾ ਕਿਤੇ ਪੂਰਬਲੇ ਜਨਮਾਂ ਦੇ ਵੀ ਔਗਣ ਕੀਤੇ ਹੋਣ, ਗੁਰੂ ਉਹ ਵੀ ਬਖਸ਼ ਲੈਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਸਤਿਗੁਰ ਅਸਰਨ ਸਰਨ ਦਿਆਲ ਦੇਵ, ਸਿੱਖਨ ਕੋ ਭੂਲ ਕੋ ਨਾ ਰਿਦ ਮੈਂ ਨਿਹਾਰ ਹੈ। ਗੁਰੂ ਸਿੱਖ ਦੀਆਂ ਭੁੱਲਾਂ ਨੂੰ, ਗਲਤੀਆਂ ਨੂੰ ਹਿਰਦੇ ਵਿੱਚ ਚੇਤੇ ਨਹੀਂ ਰੱਖਦਾ, ਭੁਲਾ ਦਿੰਦਾ। ਇਹੋ ਜਿਹੇ ਦਿਆਲ ਹਨ ਗੁਰੂ, ਤੇ ਇਹੋ ਜਿਹਾ ਗੁਰੂ ਜਿਹੜਾ ਦਿਆਲੂ ਹੈ ਨਾ, ਉਹਦੀ ਸ਼ਰਨ ਜਿਹੜੀ ਹੈ ਉਹ ਬੜੇ ਵੱਡਿਆਂ ਕਰਮਾਂ ਨਾਲ ਮਿਲਦੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਜਿਹੜਾ ਵੱਡਿਆਂ ਭਾਗਾਂ ਵਾਲਾ ਗੁਰੂ ਦੀ ਸੰਗਤ ਵਿੱਚ ਹੀ ਹੋਗਾ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਘਰ ਆਉਣ ਦੀ। ਤੇ ਜਿਹੜਾ ਭਾਗਹੀਣ ਹੈ
ਉਹ ਭਰਦਾ ਫਿਰਦਾ, ਭਟਕਦਾ ਫਿਰਦਾ, ਭੁੱਲਿਆ ਫਿਰਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਗਰੇ ਗਏ ਨਾ, ਉੱਥੇ ਇੱਕ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਦਾ ਸਿੱਖ ਪਰਿਵਾਰ ਸੀ, ਉਹਨਾਂ ਦੀ ਬੱਚੀ ਵਿਆਹੀ ਹੋਈ ਸੀ ਆਗਰੇ। ਪਰ ਉਹ ਜਿਹੜਾ ਪਰਿਵਾਰ ਸੀ ਨਾ, ਉਹ ਗੁਰੂ ਘਰ ਤੋਂ ਟੁੱਟਾ ਹੋਇਆ ਨਿੰਦਕ ਨਿਸ਼ਦਕ ਪਰਿਵਾਰ ਸੀ, ਤੇ ਉਸ ਬੱਚੀ ਨੂੰ ਕਦੀ ਵੀ ਗੁਰੂ ਘਰ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਪਰ ਉਹਦੇ ਮਨ ਵਿੱਚ ਹਮੇਸ਼ਾ ਹੁੰਦਾ ਸੀ ਵੀ ਮੇਰਾ ਗੁਰੂ ਪੂਰਾ ਹੈ, मेरा गुरु घट घट के अंतर की जानत भले बुरे की पीर पछानत वाला है। मेरी अरदास सुनेगा ते मैनू आके दर्शन देगा। जदों भी कोई कार विहार करना, बीबा ने गुरु साहिब जी नूं याद करना। कुछ समय बाद पता लगा कि पंचम पातशाह जी शहीदी पा गए ਤੇ ਉਹਨਾਂ ਦੇ ਸਪੁੱਤਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹਨ। ਉਹ ਬੀਬਾ ਮਨ ਵਿੱਚ ਗੁਰੂ ਸਾਹਿਬ ਜੀ ਨੂੰ ਧਿਆਨ ਧਰ ਕੇ ਹਮੇਸ਼ਾ ਯਾਦ ਕਰਦੀ, ਗਰੀਬ ਨਵਾਜ਼ ਕਿਰਪਾ ਕਰੋ, ਕਿਸੇ ਕਿਤੇ ਮੈਨੂੰ ਦੁਖਿਆਰੀ ਨੂੰ ਆ ਕੇ ਦਰਸ਼ਨ ਦਿਓ, ਮੇਰਾ ਵੀ ਪਾਰ ਉਤਾਰਾ ਹੋਵੇ। ਤੁਹਾਡਾ ਤੇ ਬਿਰਧ ਹੈ, ਜਿਹੜਾ ਤੁਹਾਨੂੰ ਪਿਆਰ ਨਾਲ ਯਾਦ ਕਰਦਾ ਹੈ, ਤੁਸੀਂ ਉੱਥੇ ਉੱਥੇ ਜਾ ਕੇ ਉਹਦਾ ਬੇੜਾ ਪਾਰ ਕਰਦੇ ਹੋ, ਉਹਦੀ ਮਨੋਕਾਮਨਾ ਪੂਰਨ ਕਰਦੇ ਹੋ, ਦਰਸ਼ਨ ਦੇ ਕੇ ਨਿਹਾਲ ਕਰਦੇ ਹੋ, ਮੇਰੀ ਵੀ ਝੋਲੀ ਵਿੱਚ ਦਾਤ ਪਾਓ। ਗੁਰੂ ਹਰਗੋਬਿੰਦ ਸਾਹਿਬ ਜਦੋਂ ਆਗਰੇ ਗਏ, ਆਗਰੇ ਪਹੁੰਚ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਕਿਹਾ ਕਿ ਪ੍ਰਸ਼ਾਦਾ ਛਕਣਾ ਹੈ। ਤੇ ਸਿੱਖਾਂ ਨੇ ਕਿਹਾ ਗਰੀਬ ਨਵਾਜ਼ ਆਪ ਜੀ ਹੁਕਮ ਕਰੋ, ਪ੍ਰਸ਼ਾਦਾ ਤਿਆਰ ਹੋ ਜਾਵੇਗਾ। ਗੁਰੂ ਸਾਹਿਬ ਕਹਿਣ ਲੱਗੇ ਨਹੀਂ, ਤਿਆਰ ਨਹੀਂ ਕਰਨਾ, ਭੁੱਖ ਬਹੁਤ ਲੱਗੀ ਹੈ। ਤੇ ਇੱਥੇ ਪਤਾ ਕਰੋ, ਲਾਗੇ ਉੱਤੇ ਪਤਾ ਕਰੋ ਵੀ ਜੇ ਕੋਈ ਸਿੱਖ ਪਰਿਵਾਰ ਹੈ ਗੁਰੂ ਘਰ ਜਾਣ ਵਾਲਾ ਤੇ ਜੋ ਵੀ ਤਿਆਰ ਹੋਵੇ ਲੈ ਆਵੇ। ਪਤਾ ਕੀਤਾ, ਸਾਰੇ ਕਹਿਣ ਲੱਗੇ ਵੀ ਇੱਥੇ ਤੇ ਕੋਈ ਇਹੋ ਜਿਹਾ ਪਰਿਵਾਰ ਹੀ ਨਹੀਂ ਜਿਹੜਾ ਗੁਰੂ ਘਰ ਜਾਂਦਾ ਹੋਵੇ, ਗੁਰੂ ਸਾਹਿਬ ਜੀ ਦਾ ਸ਼ਰਧਾਲੂ ਤੇ ਪਿਆਰਾ ਹੋਵੇ। ਪਰ ਗੱਲ ਕਰਦਿਆਂ ਕਰਦਿਆਂ ਵਿੱਚੋਂ ਪਤਾ ਲੱਗਾ ਵੀ ਇੱਥੇ ਇੱਕ ਪਰਿਵਾਰ ਹੈ, ਉਹ ਆਪ ਤੇ ਨਹੀਂ ਜਾਂਦਾ, ਪਰ ਜਿਹੜੀ ਬੀਬੀ ਉਹਨਾਂ ਦੇ ਘਰ ਵਿਆਹੀ ਹੋਈ ਆਈ ਹੈ ਨਾ, ਉਹ ਪਿੱਛੋਂ ਕਿਸੇ ਸਿੱਖ ਪਰਿਵਾਰ ਦੀ ਹੈ, ਉਹ ਗੁਰੂ ਦੇ ਸ਼ਰਧਾਲੂ ਹਨ। ਸਿੱਖ ਗਏ। ਅੱਜ ਉਹ ਬੀਬਾ ਉੱਠੀ, ਨਿਤਨੇਮ ਕੀਤਾ, ਜਦੋਂ ਪ੍ਰਸ਼ਾਦਾ ਤਿਆਰ ਕੀਤਾ ਨਾ, ਅੱਜ ਮਨ ਵਿੱਚ ਬੜੀ ਭਾਵਨਾ, ਬੜਾ ਪਿਆਰ ਹੈ, ਅੱਜ ਮਨ ਭਰਿਆ ਹੋਇਆ ਹੈ। ਜੋ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ, ਨੈਣ ਦਰਸ਼ਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਨੀਆਂ। ਅੱਜ ਮਨ ਵਿੱਚ ਐਡੀ ਤਾਂਘ ਹੈ ਕਿ ਅੱਜ ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਜਲ ਚੋਪਿਆ, ਹੰਝੂ ਆ ਗਏ। ਉਹ ਜਿਹੜਾ ਰੋਣਾ ਸੀ ਨਾ, ਪਿਆਰ ਨਾਲ ਯਾਦ ਕਰਦਿਆਂ ਹੋਇਆ ਮਨ ਵਿੱਚ ਅਰਦਾਸ ਇਹੋ ਹੀ ਹੈ, ਗਰੀਬ ਨਵਾਜ਼ ਪਤਾ ਨਹੀਂ ਮੇਰੀ ਕਿਤੇ ਅਰਦਾਸ ਕਬੂਲ ਵੀ ਹੋਵੇਗੀ ਕਿ ਨਹੀਂ ਹੋਵੇਗੀ, ਕਿ ਮੈਂ ਇਸ ਤਰ੍ਹਾਂ ਵਿਛੜੇ ਹੀ ਮਰ ਜਾਣਾ ਹੈ। ਇਹ ਤੇ ਮੈਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੇ, ਨਾ ਤੁਹਾਡੇ ਦਰਸ਼ਨ ਕਰਨ ਜਾ ਸਕਦੀ ਹਾਂ, ਨਾ ਕਿਤੇ ਸਤ ਸੰਗਤ ਤੇ ਜਾ ਸਕਦੀ ਹਾਂ। ਆਪ ਜੀ ਹੀ ਕਿਰਪਾ ਕਰੋ ਤੇ ਦਰਸ਼ਨ ਦਿਓ। ਇੱਧਰ ਬੀਬਾ ਜੁੜੀ ਹੋਈ ਹੈ, ਗੁਰੂ ਸਾਹਿਬ ਜੀ ਨੂੰ ਯਾਦ ਕਰੀ ਜਾਂਦੀ ਹੈ। ਉਧਰ ਸਿੱਖਾਂ ਨੇ ਆ ਕੇ ਜਦੋਂ ਪਤਾ ਕੀਤਾ ਤੇ ਪਤਾ ਲੱਗਾ ਵੀ ਇਸ ਘਰ ਵਿੱਚ ਹੈ, ਤੇ ਜੇ ਹੋ ਸਕੇ ਤੇ ਪ੍ਰਸ਼ਾਦਾ ਤਿਆਰ ਹੋਵੇ ਤੇ ਤੁਸੀਂ ਲੈ ਜਾਇਓ। ਸਿੱਖਾਂ ਨੇ ਜਾ ਕੇ ਜਦੋਂ ਸਤਨਾਮ ਦਾ ਆਵਾਜ਼ਾ ਦਿੱਤਾ, ਘਰੋਂ ਕੋਈ ਆਵਾਜ਼ ਹੀ ਨਹੀਂ ਆਈ, ਕਿਉਂਕਿ ਬੀਬਾ ਅੰਦਰੋਂ ਜੁੜੀ ਹੋਈ ਸੀ, ਮਨ ਜੁੜਿਆ ਹੋਇਆ, ਉਹਨੂੰ ਦੀਨ ਦੁਨੀਆ ਦੀ ਸੁਣਤੀ ਨਹੀਂ ਸੀ ਵੀ ਮੈਨੂੰ ਕੋਈ ਆਵਾਜ਼ਾਂ ਮਾਰਿਆ ਜਾਂ ਘਰੇ ਕੋਈ ਆਇਆ। ਤੇ ਘਰ ਦੇ ਜਿਹੜੇ ਮਰਦ ਸਨ ਉਹ ਬਾਹਰ ਕਿਤੇ ਕੰਮ ਗਏ ਸਨ। ਸਿੱਖ ਵਾਪਸ ਆ ਗਏ, ਆ ਕੇ ਗੁਰੂ ਸਾਹਿਬ ਜੀ ਨੂੰ ਸਾਰੀ ਵਾਰਤਾ ਸੁਣਾਈ। ਗੁਰੂ ਸਾਹਿਬ ਜੀ ਕਹਿਣ ਲੱਗੇ ਚਲੋ ਅਸੀਂ ਨਾਲ ਚੱਲਦੇ ਹਾਂ, ਅਸੀਂ ਆਪ ਚੱਲਦੇ ਹਾਂ। ਕਾਰਨ ਪ੍ਰਸ਼ਾਦੇ ਦਾ ਨਹੀਂ ਸੀ, ਕਾਰਨ ਉਸ ਜੁੜੀ ਹੋਈ ਆਤਮਾ ਨੂੰ ਦਰਸ਼ਨ ਦੇਣ ਦਾ ਸੀ। ਗੁਰੂ ਹਰਗੋਬਿੰਦ ਸਿੰਘ ਆਪ ਚੱਲ ਕੇ ਗਏ। ਜਦੋਂ ਗੁਰੂ ਸਾਹਿਬ ਨਾਲ ਹਨ, ਸਿੱਖ ਸੰਗਤਾਂ ਨਾਲ ਕਥਾ ਕੀਰਤਨ ਕਰਦੀਆਂ ਤੁਰ ਪਈਆਂ ਗੁਰੂ ਸਾਹਿਬ ਦੇ ਨਾਲ, ਢੋਲਕੀਆਂ ਛੈਣਿਆਂ ਦੀ ਆਵਾਜ਼ ਆਈ ਤੇ ਬੀਬਾ ਦੀ ਥੋੜੀ ਜਿਹੀ ਬਿਰਥੀ ਉਠਾਉਣ ਹੋਈ, ਆਵਾਜ਼ ਪਈ ਕੰਨਾਂ ਵਿੱਚ। ਇਹ ਆਵਾਜ਼ ਤੇ ਪਹਿਲੇ ਕਦੀ ਨਹੀਂ ਸੁਣੀ, ਇਹੋ ਜਿਹੀ ਆਵਾਜ਼ ਕਦੀ ਇਸ ਨਗਰ ਵਿੱਚ ਨਹੀਂ ਆਈ। ਮਨ ਵਿੱਚ ਇੱਕ ਵਾਰ ਤੇ ਆਇਆ ਵੀ ਸ਼ਾਇਦ ਇਹ ਕੀਰਤਨ ਹੋ ਰਿਹਾ, ਪਰ ਨਹੀਂ ਮਨਾ, ਇੱਥੇ ਕੌਣ ਕੀਰਤਨ ਕਰ ਸਕਦਾ ਹੈ।
ਇਸ ਇਲਾਕੇ ਵਿੱਚ ਤੇ ਕੋਈ ਹੈ ਹੀ ਨਹੀਂ ਇਹੋ ਜਿਹਾ ਜਿਹੜਾ ਗੁਰੂ ਦਾ ਨਾਮ ਜਪਣ ਵਾਲਾ ਹੋਵੇ। ਇਤਨੇ ਚਿਰ ਨੂੰ ਗੁਰੂ ਸਾਹਿਬ ਜੀ ਆਪ ਪਹੁੰਚੇ, ਆ ਕੇ ਸਤਨਾਮ ਦਾ ਆਵਾਜ਼ਾ ਦਿੱਤਾ। ਬੀਬਾ ਨੇ ਜਦੋਂ ਉੱਠ ਕੇ ਵੇਖਿਆ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੜੇ ਹਨ, ਨਾਲ ਸਿੱਖ ਸੰਗਤਾਂ ਹਨ, ਭੱਜ ਕੇ ਜਾ ਕੇ ਚਰਨਾਂ ਤੇ ਸਿਰ ਰੱਖਿਆ ਤੇ ਰੋ ਰੋ ਕੇ ਗੁਰੂ ਸਾਹਿਬ ਦੇ ਚਰਨ ਧੋ ਦਿੱਤੇ। ਗੁਰੂ ਸਾਹਿਬ ਜੀ ਦਇਆ ਦੇ ਘਰ ਵਿੱਚ ਆਏ, ਆਪਣਾ ਮਿਹਰ ਬਖਸ਼ਾ ਰਹਿਮਤਾਂ ਭਰਿਆ ਹੱਥ ਸਿਰ ਤੇ ਰੱਖਿਆ ਤੇ ਗੁਰੂ ਸਾਹਿਬ ਜੀ ਨੇ ਬੀਬਾ ਨੂੰ ਚੁੱਕ ਕੇ ਗਲ ਨਾਲ ਲਾਇਆ, ਪਿਆਰ ਕੀਤਾ। ਇੱਕ ਪਿਓ ਦੀ ਨਿਆਈ, ਜਿਵੇਂ ਪਿਓ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਨਾ, ਕਿਉਂਕਿ ਉਹ ਪਿਤਾ ਹੈ, ਸਾਰੀ ਦੁਨੀਆ ਦਾ ਮਾਲਕ ਹੈ। ਤੇ ਗੁਰੂ ਸਾਹਿਬ ਜੀ ਪੁੱਛਣ ਲੱਗੇ, ਕਹਿਣ ਲੱਗੇ ਭੁੱਖ ਬਹੁਤ ਲੱਗੀ ਹੈ, ਪ੍ਰਸ਼ਾਦਾ। ਤੇ ਬੀਬਾ ਕਹਿਣ ਲੱਗੀ ਗਰੀਬ ਨਵਾਜ ਪ੍ਰਸ਼ਾਦਾ ਤਿਆਰ ਹੈ, ਤੁਸੀਂ ਬੈਠੋ ਛਕੋ। ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ। ਹੁਣ ਗੁਰੂ ਸਾਹਿਬ ਪੁੱਛਣ ਲੱਗੇ ਕਿ ਕੀ ਕਾਰਨ ਹੈ ਇੰਨੇ ਵਿਰਲਾਪ ਕਰਨ ਦਾ, ਇੰਨੇ ਉਦਾਸ ਹੋਣ ਦਾ ਕਾਰਨ ਕੀ ਹੈ। ਤੇ ਉਸ ਬੀਬਾ ਨੇ ਸਾਰੀ ਵਾਰਤਾ ਦੱਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕੋਈ ਨਾ, ਜਿਹੜੇ ਤੈਨੂੰ ਕੱਲ ਤੱਕ ਮਨਾ ਕਰਦੇ ਸੀ ਨਾ, ਤੇਰੇ ਪਰਿਵਾਰ ਦੇ ਮੈਂਬਰ ਨਾਮ ਜਪਣ ਤੋਂ, ਗੁਰੂ ਘਰ ਜਾਣ ਤੋਂ, ਇਹ ਇਲਾਕਾ ਜਿਹੜਾ ਗੁਰੂ ਘਰ ਤੋਂ ਨਿਸ਼ਰਦਕ ਸੀ, ਗੁਰੂ ਘਰ ਨੂੰ ਨਹੀਂ ਨਾ ਮੰਨਦਾ ਸੀ, ਅੱਜ ਤੋਂ ਤੇਰੀ ਪੂਜਾ ਕਰਿਆ ਕਰਨਗੇ, ਤੈਨੂੰ ਮੱਥੇ ਟੇਕਿਆ ਕਰਨਗੇ। ਕਾਰਨ ਕਿ ਤੂੰ ਉਸ ਪੂਰੇ ਗੁਰੂ ਤੇ ਭਰੋਸਾ ਰੱਖਿਆ, ਤੇ ਭਰੋਸਾ ਵੀ ਇੱਕ ਤੇ ਰੱਖਿਆ, ਥਾਂ ਥਾਂ ਤੇ ਨਹੀਂ। ਜਿਹੜਾ ਇਹ ਸਿਰ ਹੈ ਨਾ, ਜਿਹੜਾ ਥਾਂ ਥਾਂ ਤੇ ਨਿਮਣ ਲੱਗ ਜਾਵੇ ਤੇ ਇਹਦੀ ਕੀਮਤ ਨਹੀਂ ਪੈਂਦੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵਰ ਦਿੱਤੇ ਤੇ ਇਤਿਹਾਸ ਵਿੱਚ ਲਿਖਿਆ ਹੈ ਕਿ ਅੱਜ ਵੀ ਆਗਰੇ ਉਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜਿਹਦਾ ਨਾਮ ਹੈ ਗੁਰਦੁਆਰਾ ਮਾਈ ਕਾ ਥਾਨ, ਜਿੱਥੇ ਅੱਜ ਵੀ ਸਿੱਖ ਸੰਗਤਾਂ ਅਣਗਿਣਤ ਗਿਣਤੀ ਵਿੱਚ ਜਾਂਦੀਆਂ ਹਨ। ਤੇ ਉਹ ਜਿਹੜੇ ਲੋਕ ਬਾਣੀ ਪੜ੍ਹਦੇ ਨਹੀਂ ਸਨ, ਬਾਣੀ ਸੁਣਦੇ ਨਹੀਂ ਸਨ, ਗੁਰੂ ਘਰ ਜਾਂਦੇ ਨਹੀਂ ਸਨ ਨਾ, ਉਹ ਵੀ ਗੁਰੂ ਦੀ ਬਾਣੀ ਦੇ ਸ਼ਰਧਾਲੂ ਬਣ ਕੇ ਪਿਆਰ ਕਰਨ ਵਾਲੇ। ਕਾਰਨ ਇਹ ਹੈ, ਬਾਬਾ ਜੀ ਕਿਹਾ ਕਰਦੇ ਸਨ, ਭਾਈ ਜਿਹੜਾ ਨਾਮ ਜਪਣ ਵਾਲਾ ਇੱਕ ਵੀ ਜੀਵ ਹੈ ਨਾ, ਜੁੜਿਆ ਹੋਇਆ, ਉਹ ਲੱਖਾਂ ਨੂੰ ਜੋੜੇਗਾ। ਤੇ ਜਿਹੜਾ ਆਪ ਅੰਦਰੋਂ ਖਿੰਡਿਆ ਹੋਇਆ, ਟੁੱਟਿਆ ਹੋਇਆ, ਉਹ ਲੱਖਾਂ ਨੂੰ ਤੋੜ ਦਿੰਦਾ ਹੈ। ਇਸ ਕਰਕੇ ਅੰਦਰੋਂ ਜੁੜਨ ਦੀ ਲੋੜ ਹੈ। ਬਾਹਰ ਮੁਖੀ ਤੇ ਲੋਕ ਬੜੀ ਮਾਲਾ ਫੇਰੀ ਜਾਂਦੇ ਹਨ, ਬੜਾ ਸਿਮਰਨ, ਬੜਾ ਨਿਤਨੇਮ ਕਰੀ ਜਾਂਦੇ ਹਨ। ਲੋੜ ਹੈ ਸਾਨੂੰ ਅੰਦਰੋਂ ਜੁੜਨ ਦੀ। ਜਦੋਂ ਅੰਦਰੋਂ ਜੁੜ ਗਏ, ਅੰਦਰੋਂ ਗੁਰੂ ਨਾਲ ਪਿਆਰ ਪੈ ਗਿਆ, ਅੰਦਰੋਂ ਇਹ ਆਤਮਾ ਦੀ ਪੁਕਾਰ ਹੋ ਗਈ ਕਿ ਨੈਣ ਤਰਸਨ ਦਰਸ ਪਰਸਨ ਨੈ ਨੀਂਦ ਰਹਿਣ ਵਿਹਾਨੀਆਂ, ਉਦੋਂ ਗੁਰੂ ਆਪ ਚੱਲ ਕੇ ਮਿਲਣ ਆਉਂਦਾ ਹੈ। ਸੋ ਆਓ ਗੁਰੂ ਸਾਹਿਬ ਜੀ ਦੇ ਅੱਗੇ ਆਪਾਂ ਵੀ ਅਰਦਾਸ ਕਰੀਏ, ਗਰੀਬ ਨਵਾਜ, ਸਾਡੀ ਵੀ ਝੋਲੀ ਵਿੱਚ ਉਹ ਭਰੋਸਾ, ਉਹ ਵਿਸ਼ਵਾਸ, ਉਹ ਸ਼ਰਧਾ ਸਾਡੀ ਵੀ ਝੋਲੀ ਵਿੱਚ ਪਾਓ, ਤਾਂ ਕਿ ਅਸੀਂ ਵੀ ਅੰਦਰੋਂ ਜੁੜ ਸਕੀਏ। ਤੇ ਅੰਦਰੋਂ ਜੁੜਨ ਵਾਸਤੇ ਜੋ ਬਹੁਤ ਜ਼ਰੂਰੀ ਹੈ ਨਾ, ਉਹ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਮੈਂਬਰ ਬਣਨਾ, ਦਾਖਲਾ ਲੈਣਾ। ਤੇ ਉਹ ਮਿਲਦਾ ਕਿਵੇਂ ਹੈ? ਉਹ ਮਿਲਦਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਾਂਗੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਾਂਗੇ, ਸੰਗਤ ਕਰਾਂਗੇ, ਪੂਰਨ ਮਹਾਂਪੁਰਖਾਂ ਦੀ ਰਹਿਤਾਂ ਦੇ ਧਾਰਨੀ ਹੋਵਾਂਗੇ, ਕੁਰੈਤਾਂ ਦਾ ਕਰਾਂਗੇ ਤਿਆਗ, ਵੱਡਿਆਂ ਤੋਂ ਸਮਤ ਲਵਾਂਗੇ, ਛੋਟਿਆਂ ਨੂੰ ਸਮਤ ਦੇਵਾਂਗੇ, ਬਰੋਬਰ ਦਿਆਂ ਨਾਲ ਕਰਾਂਗੇ ਗੁਰਮਤਿ ਦੀ ਵਿਚਾਰ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੇਨਤੀ ਵੀ ਕਰਨੀ ਹੈ, ਗਰੀਬ ਨਵਾਜ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿਤੈ ਲਿਹੋ ਉਭਾਰ। ਮਿਹਰਬਾਨ ਸਤਿਗੁਰੂ ਜੀਓ, ਇਸ ਸਾਰੇ ਸੰਸਾਰ ਵਿੱਚ ਆਪ ਦੀ ਆਪਣੀ ਮਿਹਰ, ਰਹਿਮਤ, ਦਇਆ ਕਰਕੇ ਸੁਖ ਸ਼ਾਂਤੀ ਤੇ ਇਕਾਗਰਤਾ ਬਖਸ਼ੋ ਜੀ। ਇਹਨਾਂ ਗੁਣਾਂ ਦੇ ਹੋਵਾਂਗੇ ਧਾਰਨੀ ਤਾਂ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਭੁੱਲ ਚੁੱਕ ਦੀ ਖਿਮਾ ਜੀ ਆਓ, ਹਰਿ ਜਸ ਦੀ ਪੌੜੀ ਨਾਲ ਜੁੜ ਕੇ ਹੁਕਮਨਾਮਾ ਸਰਵਣ ਕਰੀਏ ਜੀ। ਹਰਿ ਜਸ ਗਾਇਓ ਸੰਤ ਜਨਾ ਮਿਲ, ਹਰਿ ਜਸ ਗਾਇਓ ਸੰਤ ਜਨਾ ਮਿਲ, ਕੋ ਜਨਮ ਕੇ ਦੁਖ ਗਵਾਇਓ, ਜੋ ਜਸ ਸੋਈ ਸੰਸਾਰ, ਕਾਲ ਕਿਰਪਾ
ਮਲਾਰ ਮਹੱਲਾ ਪੰਜਵਾ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਆਦ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ ਰਹਾਉ। ਮਨ ਬਿਲਾਸ ਪਏ ਸਾਹਿਬ ਕੇ ਆਚਰਜ ਦੇਖ ਬੜਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ। ਪ੍ਰਭ ਪੂਰਨ ਪੈਜ ਰਖਾਈ। ਹਰ ਕੈ ਭਜਨ ਕੌਣ ਕੌਣ ਨਾ ਤਾਰੇ। ਖਗ ਤਨ ਮੀਨ ਤਨ ਮ੍ਰਿਗ ਤਨ ਬ੍ਰਹਾ। ਤਨ ਸਾਧੂ ਸੰਗ ਉਧਾਰੇ। ਸਤਿਨਾਮ ਸ੍ਰੀ ਵਾਹਿਗੁਰੂ ਰਾਉ। ਦੇਵ ਕੁਲ ਦੈਤ ਕੁਲ ਜਖ ਕਿਨਰ ਨਰ ਸਾਗਰ ਉਤਰੇ ਪਾਰੇ। ਜੋ ਜੋ ਭਜਨ ਕਰੈ ਸਾਧੂ ਸੰਗ। ਤਾਂ ਕੇ ਦੁਖ ਬਿਦਾਰੇ। ਸਤਿਨਾਮ ਸ੍ਰੀ ਵਾਹਿਗੁਰੂ। ਕਾਮ ਕ੍ਰੋਧ ਮਹਾ ਬਿਖਿਆ ਰਸ। ਇਨ ਤੇ ਭਏ ਨਿਰਾਰੇ। ਦੀਨ ਦਇਆਲ ਜਪੈ ਕਰਨਾ ਮੈਂ।